बिस्मिल्लाहिर्रहमानिर्रहीम अस्सलाम वालेकुम मेरे सोहणियो सज्जनों ते मित्रों सन न्यूज़ ਦੇ ਨਾਲ ਤੁਹਾਡਾ ਮੇਜ਼ਬਾਨ ਮੁਹੰਮਦ ਦਰਹਮ ਨਈਮ ਤੁਹਾਨੂੰ ਖੁਸ਼ ਆਮਦੀਦ ਕਹਿੰਦਾ ਹੈ ਪ੍ਰੋਗਰਾਮ ਇਨਸਾਈਡਰਮੈਨ ਦੇ ਵਿੱਚ। ਜਦੋਂ ਮੈਂ ਜਰਨਲਿਜ਼ਮ ਦਾ ਆਗਾਜ਼ ਲਿਆ ਤੇ ਮੈਂ ਆਪ ਨੂੰ ਜਰਨਲਿਜ਼ਮ ਘੱਟ ਤੇ ਐਂਟਰਟੇਨਰ ਜ਼ਿਆਦਾ ਕਹਿੰਦਾ ਸੀ, ਕਿਉਂਕਿ ਮੈਨੂੰ ਸ਼ੌਕ ਸੀ ਸ਼ੁਗਲ ਮਿਲੇ ਦਾ, ਸਟਾਇਰ ਦਾ, ਸ਼ੋਬਿਜ਼ ਦਾ, ਐਂਟਰਟੇਨਮੈਂਟ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ। ਹੁਣ ਵੀ ਮੇਰਾ ਇੱਕ ਪ੍ਰੋਗਰਾਮ ਤੁਸੀਂ ਵੇਖਦੇ ਹੋ ਡੀਜੇ ਸ਼ਰਾਰਤੀ ਦੇ ਨਾਂ ਤੋਂ, ਜਿਹੜਾ ਸੋਲੀ ਐਂਟਰਟੇਨਮੈਂਟ 'ਤੇ ਬੇਸਡ ਹੁੰਦਾ ਹੈ, ਅਤੇ ਮੈਂ ਅਮੂਮਨ ਆਪਣੇ ਪੋਡਕਾਸਟ ਦੇ ਵਿੱਚ ਐਂਟਰਟੇਨਮੈਂਟ ਬੀਟ ਦੇ ਲੋਕਾਂ ਨੂੰ ਇਨਵਾਈਟ ਕਰਨਾ। ਮੈਨੂੰ ਜਰਨਲਿਜ਼ਮ ਪੜ੍ਹਨ ਦਾ ਸ਼ੌਕ ਇੱਕ ਬੰਦੇ ਨਾਲ ਪਿਆ, ਠੀਕ ਹੈ। ਜਦੋਂ ਮੈਂ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਬੈਠਾ, ਉਹਨਾਂ ਨੂੰ ਆਉਂਦੇ ਨੇ ਜੀ ਮੁਹਤਰਮ ਅਬਦੁਲ ਸੱਤਾਰ ਖਾਨ ਸਾਹਿਬ ਨਾਲ ਪ੍ਰੋਗਰਾਮ ਕਰਕੇ ਨਾ ਮੇਰੇ 'ਚ ਇੱਕ ਆਦਤ ਆਈ। ਮੈਂ ਕਿਹਾ ਯਾਰ ਖਾਨ ਸਾਹਿਬ ਜਿਹੜੇ ਫੈਕਟਸ 'ਤੇ ਗੱਲਾਂ ਕਰ ਰਹੇ ਨੇ ਨਾ, ਮੈਂ ਵੀ ਜ਼ਰਾ ਉਹਨਾਂ ਨੂੰ ਪੜ੍ਹਾਂ। ਅੱਛਾ, ਮੈਂ ਕੋਸ਼ਿਸ਼ ਕੀਤੀ ਪੜ੍ਹਨ ਦੀ, ਮੈਂ ਹੁਣ ਵੀ ਪੜ੍ਹਨਾ, ਲੇਕਿਨ ਜਿੰਨਾ ਡੇਟਾ ਖਾਨ ਸਾਹਿਬ ਕੋਲ ਆਉਂਦਾ ਮੈਂ ਨਹੀਂ ਉੱਥੇ ਪਹੁੰਚ ਸਕਦਾ, ਕਿਉਂਕਿ ਖਾਨ ਸਾਹਿਬ ਨੇ ਪਤਾ ਨਹੀਂ ਕਿਹੜੇ ਖੱਜ ਕਿਹੜੇ ਕੋਨੇ 'ਚੋਂ ਡੇਟਾ ਕੱਢਿਆ ਹੁੰਦਾ, ਅਤੇ ਓਫੀਸ਼ੀਅਲ ਡੇਟਾ। ਅਬਦੁਲ ਸੱਤਾਰ ਖਾਨ ਇੱਕ ਸਹਾਫੀ ਦਾ ਨਾਂ ਨਹੀਂ ਹੈ, ਇੱਕ ਪੂਰੇ ਜ਼ਮਾਨੇ ਦਾ ਨਾਂ ਹੈ, ਕਿਉਂਕਿ ਅਬਦੁਲ ਸੱਤਾਰ ਖਾਨ ਸਾਹਿਬ ਨੇ ਆਪਣੀ 40 ਸਾਲਾ ਕੈਰੀਅਰ ਦੇ ਵਿੱਚ ਸਿਰਫ ਫੈਕਚੁਅਲ ਗੱਲਾਂ ਕੀਤੀਆਂ ਅਤੇ ਠੋਕਰ ਸਹਾਫਤ ਕੀਤੀ। ਹੁਣ ਠੋਕਰ ਸਹਾਫਤ ਕਰਨ ਦਾ ਕੀ ਮਤਲਬ? ਇੱਕ ਟਰਮ ਇਸਤੇਮਾਲ ਹੁੰਦੀ ਜ਼ਰਦ ਸਹਾਫਤ ਦੀ, ਠੀਕ ਹੈ, ਲਿਫਾਫਾ ਸਹਾਫਤ ਦੀ, ਕਿ ਮੈਂ ਜੇ ਸਹਾਫੀ ਹਾਂ, ਮੈਨੂੰ ਲਿਫਾਫਾ ਆਉਣਾ, ਮੈਂ ਪਰਟੀਕੂਲਰ ਇਦਾਰੇ ਬਾਰੇ ਗੱਲਾਂ ਕਰ ਦੇਣੀਆਂ ਉਹਨਾਂ ਦੇ ਹੱਕ ਦੇ ਵਿੱਚ, ਅਤੇ ਫਿਰ ਉਹਨਾਂ ਨੇ ਉਹ ਆਪਣੀ ਸੋਸ਼ਲ ਮੀਡੀਆ 'ਤੇ ਚਾੜ ਦੇਣੀਆਂ ਅਤੇ ਦੱਸਣਾ ਹਾਂ ਬਈ ਸਹਾਫੀ ਸਾਡੇ ਹੱਕ 'ਚ ਬੋਲਣ ਦਿਆ। ਮੈਂ ਕਦੇ ਜ਼ਿੰਦਗੀ 'ਚ ਇਹ ਨਹੀਂ ਵੇਖਿਆ ਕਿ ਅਬਦੁਲ ਸੱਤਾਰ ਖਾਨ ਸਾਹਿਬ ਨੇ ਜ਼ਰਦ ਸਹਾਫਤ ਕੀਤੀ ਹੋਵੇ। ਅਬਦੁਲ ਸੱਤਾਰ ਖਾਨ ਸਾਹਿਬ ਨੇ ਉੜੀ ਜਗ੍ਹਾ 'ਤੇ ਪੰਗਾ ਪਾਇਆ, ਜਿਹੜੀਆਂ ਜਗ੍ਹਾਵਾਂ 'ਤੇ ਇੱਕ ਜੀ ਹੋਸ਼ ਬੰਦਾ ਪੰਗਾ ਪਾਉਂਦੇ ਨਾ, ਸੋਚਦਾ ਇੱਕ ਵਾਰੀ ਯਾਰ ਮੈਂ ਕੀ ਕਰਨ ਲੱਗਾ। ਖਾਨ ਸਾਹਿਬ ਨੇ ਹਰ ਸ਼ਾਇਦ ਦੇ ਫੈਕਟਸ ਦੱਸੇ ਤੁਹਾਨੂੰ, ਹਰ ਸ਼ਾਇਦ ਡਾਕੂਮੈਂਟ ਨਾਲ ਉਹਦੀ ਗੱਲ ਕੀਤੀ। ਅਤੇ ਮੈਂ ਨਾ ਇੱਕ ਤਕਰੀਬ 'ਤੇ ਗਿਆ ਲਾਹੌਰ ਪ੍ਰੈਸ ਕਲੱਬ, ਮੈਨੂੰ ਬੜਾ ਇੰਤਜ਼ਾਰ ਸੀ, ਮੈਂ ਸੁਣ ਰਿਹਾ ਸੀ ਬੜੀ ਟਾਈਮ ਤੋਂ ਕਿ ਅਬਦੁਲ ਸੱਤਾਰ ਖਾਨ ਸਾਹਿਬ ਆਪਣੀ ਕਿਤਾਬ ਲਾਂਚ ਕਰਨ ਲੱਗੇ ਨੇ। ਮੈਂ ਖਾਨ ਸਾਹਿਬ ਕੋਲ ਬੜੀਆਂ ਡਿਟੇਲਾਂ ਮੰਗੀਆਂ। ਖਾਨ ਸਾਹਿਬ ਨੂੰ ਮੈਂ ਰਾਤੀ 3 ਵਜੇ ਫੋਨ ਕਰ ਦੇਣਾ, ਖਾਨ ਸਾਹਿਬ ਦੱਸੋ ਤੇ ਸਹੀ ਕਰਨ ਕੀ ਲੱਗੇ ਹੋ? ਖਾਨ ਸਾਹਿਬ ਮੈਨੂੰ ਆਂਦੇ ਨਾ ਪੁੱਤਰ ਤੂੰ ਮੇਰੇ ਕਰੀਬ ਹੈ, ਲੇਕਿਨ ਇਹ ਤਾਂ ਗੱਲ ਮੈਂ ਆਪਣੇ ਸਾਏ ਨੂੰ ਵੀ ਨਹੀਂ ਦੱਸਣੀ ਕਿ ਮੈਂ ਕਰਨ ਕੀ ਲੱਗਾ। ਲੋ ਜੀ, ਪ੍ਰੈਸ ਕਲੱਬ ਦੇ ਵਿੱਚ ਤਕਰੀਬ ਹੁੰਦੀ ਅਤੇ ਖਾਨ ਸਾਹਿਬ ਦੀ ਪਹਿਲੀ ਕਿਤਾਬ ਜਿਹੜੀ ਹੈ ਉਹ ਮੰਜ਼ਰ ਆਮ 'ਤੇ ਆਉਂਦੀ। ਕਿਤਾਬ ਮੇਰੇ ਹੱਥ 'ਚ ਹੈਗੀ ਹੈ, ਅਤੇ ਇਹਨੂੰ ਜੇ ਮੈਂ ਕਹਾਂ ਕਿ ਇਹ ਕਿਤਾਬ ਨਹੀਂ, ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ, ਕੁਝ ਇਦਾਰਿਆਂ ਦੇ, ਕੁਝ ਖਾਨਦਾਨਾਂ ਦੇ ਕਰਤੂਤ ਮੌਜੂਦ ਨੇ, ਮੈਂ ਗਲਤ ਨਹੀਂ ਹੋਵਾਂਗਾ। ਮੇਰੇ ਕੋਲ ਅਬਦੁਲ ਸੱਤਾਰ ਖਾਨ ਸਾਹਿਬ ਦੀ ਕਿਤਾਬ ਦ ਡਾਰਕ ਟਾਵਰ ਆਫ ਅਕਾਊਂਟੇਬਿਲਿਟੀ ਮੌਜੂਦ ਹੈ। ਅਗੇਨ ਕੋਟ ਕਰ ਰਹੇ ਹਾਂ, ਇਹ ਕਿਤਾਬ ਨਹੀਂ ਹੈਗੀ। ਇਹ ਆਉਂਦੇ ਨੇ ਨਾ ਕਿ ਫਾਂਸੀ ਦੇਣ ਤੋਂ ਪਹਿਲਾਂ ਇੱਕ ਡਾਕੂਮੈਂਟ ਵਜ਼ੀਰ ਜਿਹੜਾ ਨਾ ਉਹ ਲਿਖਦਾ, ਉਹਦੇ ਵਿੱਚ ਵਜ੍ਹਾ ਹੁੰਦੀ ਕਿ ਇਸ ਬੰਦੇ ਦੀ ਸਜ਼ਾ ਇਹ ਵੇ, ਇਸ ਵਾਸਤੇ ਇਹਨੂੰ ਇਹ ਸਜ਼ਾ ਆਪਾਂ ਦੇਣ ਲੱਗਿਆ, ਅਤੇ ਉਹਦੇ 'ਤੇ ਮੋਹਰ ਲੱਗਦੀ ਬਾਦਸ਼ਾਹ ਦੀ। ਇਹ ਉਹ ਮੋਹਰ ਵਾਲਾ ਪਰਚਾ ਹੈ, ਇਹ ਜਿਲਦ ਉਹ ਮੋਹਰ ਵਾਲੀ ਜਿਲਦ ਹੈ, ਇਹ ਯਾਦ ਰੱਖਣਾ। ਇਹਦੇ 'ਚ ਇੰਨੀਆਂ ਗੱਲਾਂ ਹੋਈਆਂ, ਅਤੇ ਜਦੋਂ ਮੈਂ ਇਸ ਕਿਤਾਬ ਦਾ ਮੁਤਾਲਿਆ ਕਰਨਾ ਸਟਾਰਟ ਕੀਤਾ, ਅਤੇ ਮੇਰੀ ਰਾਤਾਂ ਦੀਆਂ ਨਾ ਜਿਹੜੀਆਂ, ਮੈਨੂੰ ਨਾ ਨੀਂਦ ਬੜੀ ਚੰਗੀ ਆਉਂਦੀ, ਮਤਲਬ ਮੈਂ 12-1 ਵਜੇ ਜਿਵੇਂ ਸੌਣ ਵਾਸਤੇ ਲੇਟਾ ਨਾ, ਅਤੇ ਮੈਂ ਗਾਇਬ ਹੋ ਜਾਂਦਾ। ਇਹ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਈ, ਕਿਉਂਕਿ ਇਹਦੇ ਵਿੱਚ ਹਕਾਇਕ ਹੀ ਇੱਦਾਂ ਦੇ ਨੇ ਕਿ ਖਾਨ ਸਾਹਿਬ ਨੇ ਡਾਇਰੈਕਟਲੀ ਨੈਬ ਨੂੰ ਹੱਥ ਪਾਇਆ ਇਸ ਕਿਤਾਬ ਦੇ ਵਿੱਚ। ਨੈਬ ਨੂੰ, ਇਹਦਾ ਨਾਂ ਹੀ ਤੁਹਾਨੂੰ ਦੱਸ ਰਿਹਾ ਹੋਏਗਾ ਕਿ ਡਾਰਕ ਟਾਵਰ ਆਫ ਅਕਾਊਂਟੇਬਿਲਿਟੀ ਮਤਲਬ ਲਾਈਨ ਹਾਜ਼ਰ ਕਰਨਾ ਹੈ ਭਾਈ ਨਾ, ਜਿਹੜੀਆਂ ਸ਼ੈਵਾਂ ਤੁਸੀਂ ਕੀਤੀਆਂ ਅਤੇ ਕੀ ਤੁਸੀਂ ਕਰ ਰਹੇ ਹੋ। ਅਤੇ ਇਹ ਸਾਰੇ ਮੇਰੇ ਜਰਨਲਿਸਟ ਭਰਾ, ਉਹਨਾਂ ਦੀਆਂ ਤਸਵੀਰਾਂ ਵੀ ਪਿੱਛੇ ਨਸਬ ਨੇ, ਜਿਨ੍ਹਾਂ ਨੇ ਆਪਣੇ ਪ੍ਰੀਵਿਊ ਦਿੱਤੇ। ਇਹਨਾਂ 'ਚ ਵੱਡੇ ਨਾਮ ਮੌਜੂਦ ਨੇ, ਨਜਮ ਸੇਠੀ, ਹਾਮਿਦ ਮੀਰ, ਰਊਫ ਕਲਾਸਰਾ, ਅਰਸ਼ਦ ਸ਼ਰੀਫ, ਅੱਲਾਹ ਤਾਲਾ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ, ਆमिर ਮੀਰ, ਸੁਹੇਲ ਵੜਾਇਤ ਸਾਹਿਬ, ਅੰਸਰ ਅब्बासी, ਮੁਬਸ਼ਰ ਜ਼ੈਦੀ, ਉਮਰ ਚੀਮਾ, ਅਬਦੁਲ ਕਯੂਮ ਸਦੀਕੀ ਅਤੇ ਸਖਲੈਨ ਇਮਰਾਨ, ਅਤੇ ਅਬਦੁਲ ਸੱਤਾਰ ਖਾਨ ਸਾਹਿਬ ਜਿਹੜੇ ਬਾਨੀ ਨੇ ਇਸ ਕਿਤਾਬ ਦੇ ਓਨਰ ਨੇ, ਰਾਈਟਰ ਨੇ। ਖਾਨ ਸਾਹਿਬ ਨੇ ਸਹਾਫਤ ਕੀਤੀ ਠੋਕ ਕੇ। ਤੁਸੀਂ ਕਿਉਂ ਡਰਦੇ ਹੋ? ਪਾਕਿਸਤਾਨ ਦੇ ਵਿੱਚ ਨਾ ਡਰ ਬੜਾ ਹੈਗਾ, ਮਤਲਬ ਕਿ ਤੁਸੀਂ ਸੱਚ ਗੱਲ ਵੀ ਕਰਨੀ ਅਤੇ ਉਹਨੂੰ ਛੁਪਾਉਣਾ ਅਤੇ ਲੁਕਾਉਣਾ ਵੀ। ਇਹ ਗੱਲ ਮੈਨੂੰ ਸਮਝ 'ਚ ਨਹੀਂ ਆਉਂਦੀ। ਮੈਂ ਹੁਣ ਵੀ ਆਪਣੇ ਉਸ ਲਫ਼ਜ਼ ਨਾਲ ਸਟੈਂਡ ਕਰਨਾ। ਮੇਰੀ ਇੱਕ ਮੁਲਾਕਾਤ ਹੋਈ ਪ੍ਰੈਸ ਕਲੱਬ ਨਾਲ ਇੱਕ ਬੰਦੇ ਨਾਲ, ਅਤੇ ਉਹ ਮੈਨੂੰ ਆਂਦਾ ਯਾਰ ਤੂੰ ਸੱਤਾਰ ਖਾਨ ਨਾਲ ਪ੍ਰੋਗਰਾਮ ਕਿਉਂ ਕਰਨਾ? ਅਤੇ ਬੜਾ ਬਦਤਮੀਜ਼ ਬੰਦਾ, ਸਿੱਧੀ ਗੱਲ ਉਹਨੇ ਮੇਰੇ ਨਾਲ ਇਹ ਕੀਤੀ। ਮੈਂ ਕਿਹਾ ਯਾਰ ਬਦਤਮੀਜ਼ ਹੋਣਾ ਮੁਨਾਫਿਕ ਹੋਣ ਤੋਂ ਬਹੁਤ ਬਿਹਤਰ ਹੈ।
ਇਦਾਂ ਹੀ ਖਾਨ ਸਾਹਿਬ ਬਦਤਮੀਜ਼ ਹੋਣਾ ਮੁਨਾਫਿਕ ਹੋਣ ਤੋਂ ਬਹੁਤ ਬਿਹਤਰ ਹੈ ਕਿ ਇੱਕ ਬੰਦਾ ਜਿਹੜਾ ਸਿੱਧੇ ਤੁਹਾਨੂੰ ਤਾਂ ਉਹਨੇ ਬਦਤਮੀਜ਼ ਹੀ ਲੱਗਣਾ ਨਾ ਕਿ ਉਹ ਫੈਕਟਸ ਦੇ ਰਿਹਾ ਸਾਰੇ ਸ਼ੈਵਾਂ ਦਾ, ਕਹਿੰਦਾ ਯਾਰ ਇਹ ਫਲਾਂ ਢੀਂਗ ਹੈ, ਕਿਉਂ ਗਲਤ ਹੈ, ਉਹਨੂੰ ਤੁਸੀਂ ਬਦਤਮੀਜ਼ ਕਹਿ ਦਿੰਦੇ। ਇੱਕ ਬੰਦਾ ਤੁਹਾਡੇ ਹੱਕ 'ਚ ਵਿੱਚ ਬੋਲਦਾ ਸ਼ੂਗਰ ਕੋਟ ਕਰਕੇ ਅਲਫਾਜ਼ਾਂ ਨੂੰ ਮਿੱਠਾ ਚਿਕਣੀ ਚਿਪੜੀ ਲਾ ਕੇ, ਤੇ ਉਹ ਚੰਗਾ ਨਹੀਂ, ਮੁਨਾਫਿਕ ਹੈ। ਸਹਾਫਤ ਦੇ ਵਿੱਚ ਇਹੋ ਹੀ ਲਫ਼ਜ਼ ਮੈਂ ਇਸਤੇਮਾਲ ਕਰਨਾ, ਤੇ ਅਮੂਮਨ ਲੋਕੀ ਮੈਨੂੰ ਪਤਾ ਹੈ ਪ੍ਰੋਗਰਾਮ ਤੋਂ ਬਾਅਦ ਮੇਰੇ ਵੀ ਖਿਲਾਫ ਹੋਣਗੇ, ਤੇ ਹੋ ਜਾਓ ਯਾਰ ਮੈਂ ਤੇ ਮਾੜਾ ਬੰਦਾ ਹਾਂ, ਲੇਕਿਨ ਮੈਂ ਗਲਤ ਦੀ ਤਾਰੀਫ ਨਹੀਂ ਕਰ ਸਕਦਾ। ਖਾਨ ਸਾਹਿਬ, ਤੁਹਾਡੀ ਮਿਹਨਤ ਤੇ ਹਾਰਡ ਵਰਕ, 14 ਸਾਲ ਦਾ ਡਾਕੂਮੈਂਟ, ਨੈਬ ਦੇ ਪਰਫਾਰਮੈਂਸ ਦੇ ਤੇ ਡਾਕੂਮੈਂਟ ਇੰਟਰਨਲ ਕੋਰਸਪੋਂਡੈਂਸ ਦੇ 14 ਸਾਲਾ ਰੈਕਡ ਤੇ ਮਬਨੀ ਹੈ ਕਿਤਾਬ ਹੈ। ਇਹ ਤੇ ਮੈਂ ਭੁੱਲ ਗਿਆ ਸੀ ਤੁਹਾਨੂੰ ਦੱਸਣਾ। ਖਾਨ ਸਾਹਿਬ ਨੇ 2-2.5 ਸਾਲ ਲਾ ਕੇ, ਅੱਛਾ 2-2.5 ਸਾਲ ਨਹੀਂ ਖਾਨ ਸਾਹਿਬ ਨੇ ਲਾਏ, ਇਹਨਾਂ ਨੇ ਲਾਏ ਤੇ 40 ਸਾਲ ਨੇ, ਤੇ 40 ਸਾਲ ਦੀ ਮਿਹਨਤ ਨੂੰ ਇੱਕ ਰੰਗ ਦਿੱਤਾ 2-2.5 ਸਾਲ ਦੇ ਵਿੱਚ ਬਹਿ ਕੇ। ਜਦੋਂ ਮੈਂ ਖਾਨ ਸਾਹਿਬ ਨੂੰ ਕਾਲ ਕਰ ਰਹਾ, ਖਾਨ ਸਾਹਿਬ ਕੀ ਕਰ ਰਹੇ ਹੋ, ਯਾਰ ਮੈਂ ਲਿਖ ਰਿਹਾ, ਹਲੇ ਮੈਨੂੰ ਤੰਗ ਨਾ ਕਰ। ਡਾਰਕ ਟਾਵਰ ਆਫ ਅਕਾਊਂਟੇਬਿਲਿਟੀ। ਖਾਨ ਸਾਹਿਬ ਨਾ ਰੈਫਰ ਕਰਦਾ, ਮੈਨੂੰ ਤਾਂ ਪਤਾ ਨਾ ਤੁਸੀਂ ਕਿਉਂ ਰੱਖਿਆ, ਹੁਣ ਨਾਲ ਇਹਨਾਂ ਨਾਲ ਵੀ ਥੋੜ੍ਹੀਆਂ ਗੱਲਾਂ ਕਰਾਂਗੇ। ਖਾਨ ਸਾਹਿਬ, ਇਸ ਕਿਤਾਬ ਦੇ ਵਿੱਚ ਤੁਸੀਂ ਹਰ ਸ਼ੈ ਨੂੰ ਬਾਬ ਦਿੱਤਾ, ਹਰ ਚੈਪਟਰ ਨੂੰ ਇੱਕ ਨਾਂ ਦਿੱਤਾ ਹੈ, ਤੇ ਹਰ ਚੈਪਟਰ ਆਪਣੇ ਆਪ ਦੇ ਵਿੱਚ ਇੱਕ ਕਹਾਣੀ ਨੂੰ ਰਿਪਰੈਜ਼ੈਂਟ ਕਰਦਾ। ਮੈਂ ਇਸ ਟਾਈਮ ਪਹਿਲੇ ਚੈਪਟਰ ਤੇ ਹਾਂ ਇਸ ਕਿਤਾਬ ਦੇ, ਠੀਕ ਹੈ। 12 inquiries against the Sharif family closed during the generation of Musharraf's tenure। ਖਾਨ ਸਾਹਿਬ, ਸਿਆਸਤਦਾਨਾਂ ਦੇ ਵਿੱਚ ਬੜਾ ਇੰਟਰਸਟ ਹੁੰਦਾ ਲੋਕਾਂ ਨੂੰ, ਠੀਕ ਹੈ। ਮੈਨੂੰ ਇਹ ਦੱਸੋ, ਨੈਬ ਦੇ ਟਾਰਗੇਟ ਦੇ ਵਿੱਚ ਕਿਹੜੇ ਸਿਆਸਤਦਾਨ ਸਨ ਬੇਸਿਕਲੀ, ਜਿਨ੍ਹਾਂ ਦੇ ਖਿਲਾਫ ਨੈਬ ਨੇ ਹਮੇਸ਼ਾ ਉਹਨਾਂ ਨੂੰ ਟਾਰਗੇਟ 'ਤੇ ਰੱਖਿਆ? ਅੱਛਾ, ਨੈਬ ਨੇ ਤੇ ਹਮੇਸ਼ਾ ਹੀ ਮੁਖਾਲਿਫ ਸਿਮਤ 'ਤੇ ਚੱਲਣ ਵਾਲੇ ਸਿਆਸਤਦਾਨ ਹੋਣ ਜਾਂ ਸਿਆਸੀ ਜਮਾਤਾਂ ਹੋਣ, ਉਹਨਾਂ ਨੂੰ ਟਾਰਗੇਟ ਕੀਤਾ, ਠੀਕ ਹੈ। ਮੈਂ ਇਹ ਕਹਿਣਾ ਚਾਹੁੰਦਾ, ਜਿਹੜਾ ਮੈਂ ਕਿਤਾਬ ਦੇ ਪਹਿਲੇ ਚੈਪਟਰ ਹੀ ਕਿਹਾ ਕਿ ਸ਼ਰੀਫ ਖਾਨਦਾਨ ਟੌਪ ਆਫ ਦੀ ਟਾਰਗੇਟ ਹੈਗਾ ਸੀ, ਠੀਕ ਹੈ। ਸਿਰਫ ਸ਼ਰੀਫ ਖਾਨਦਾਨ, ਮੈਂ ਨੂਨ ਲੀਗ ਦੀ ਗੱਲ ਨਹੀਂ ਕਰਦਾ ਪਿਆ, ਸਿਰਫ ਸ਼ਰੀਫ ਖਾਨਦਾਨ ਦੇ ਉੱਤੇ 28 ਇਨਕੁਆਰੀ ਸਨ। ਮੀਆਂ ਨਵਾਜ਼, ਮੀਆਂ ਸ਼ਹਿਬਾਜ਼, ਪੂਰਾ ਟੱਬਰ ਲਾ ਲਓ, ਕੁਲਸੂਮ, ਇਹਨਾਂ ਦੇ ਉੱਤੇ 28 ਇਨਕੁਆਰੀਜ਼ ਹੈਗੀਆਂ ਸਨ ਜਿਹੜੀ ਸ਼ੁਰੂ ਹੋਈਆਂ ਨੈਬ 28, ਠੀਕ ਹੈ। ਇੰਟਰਸਟਿੰਗ ਗੱਲ ਹੈਗੀ ਕਿ ਸ਼ੁਰੂ ਵਿੱਚ ਜਦੋਂ ਨੈਬ ਬਣੀ ਸੀ ਤੇ ਸ਼ੁਰੂ ਹੀ ਜਨਰਲ ਪਰਵੇਜ਼ ਮੁਸ਼ਰਫ ਮਰਹੂਮ ਆਇਆ ਸੀ, ਇੱਕ ਤਾਸੁਰ ਮਿਲਿਆ ਸੀ ਕਿ ਸ਼ਾਇਦ ਕੋਈ ਇਤਸਾਬ ਦਾ ਅਮਲ, ਜਿਹਨੂੰ ਇਤਸਾਬ ਦਾ ਅਮਲ ਕਿਹਾ ਜਾਂਦਾ ਹੈ, ਇਹ ਨਹੀਂ ਗਾ ਕਿ ਮੇਰੇ ਹੱਥ 'ਚ ਜਵਾਗ ਆ ਗਈ ਹੈ, ਮੇਰੇ ਹੱਥ 'ਚ ਡਾਂਗ ਸੋਟਾ ਆ ਗਿਆ ਤੇ ਅਹਿਮਦ ਮੇਰਾ ਟਾਰਗੇਟ ਹੈਗਾ ਤੇ ਮੈਂ ਅਹਿਮਦ ਨੂੰ ਕੁੱਟਣਾ ਸ਼ੁਰੂ ਕਰ ਦਵਾਂ, ਤੇ ਦਾएं ਬਾएं ਐਸੇ ਬੰਦੇ ਬੈਠੇ ਹੋਣ ਜਿਨ੍ਹਾਂ ਦਾ ਇਤਸਾਬ ਨਾ ਹੋਵੇ। ਬਟ ਬਹੁਤ ਜਲਦੀ ਸ਼ੁਰੂ ਹੋ ਗਿਆ, ਉਹ ਤਾਸੁਰ ਪਿਘਲਣਾ ਸ਼ੁਰੂ ਹੋ ਗਿਆ ਕਿ ਨਹੀਂ ਭਾਈ, ਨੈਬ ਵੀ ਉਹੀ ਕੰਮ ਕਰੇਗੀ ਜਿਹੜੇ ਪਾਕਿਸਤਾਨ ਦੇ ਬਾਕੀ ਤਹਿਕੀਕਾਤੀ ਇਦਾਰੇ ਪਹਿਲੇ ਕਰਦੇ ਰਹੇ ਨੇ, ਉਹ ਟਾਰਗੇਟ ਕਰਦੇ ਨੇ, ਬਸ ਮੁਖਾਲਿਫ को टारगेट करना। टारगेट करने की रीजन खान साहब? यार ये बनाई इसलिए जाती है एंटी करप्शन एजेंसीज बनाने का ਜਿਹੜਾ ਮਰਜ਼ੀ ਮਕਸਦ ਹੋਵੇ, नेक मकसद होवे, अच्छा, लेकिन अल्टीमेटली पता लगता है कि ये मजमूम मकासद थे जिसके लिए तहकीकाती इदारे और नैब तो बिल्कुल बाकी सारे तहकीकाती इदारे पाकिस्तान की तारीख बने ने। मतलब FIA गई सी पहले, नैब बहुत उत्ते चली गई। नैब का खौफ पहले दिन तो लैके हुण तक नैब का खौफ, इन्ना खौफ किसी इदारे का नहीं गा। हुक्मरान डरदा है, वक्त ਦਾ ਵਜ਼ੀਰ ਆਜ਼ਮ ਡਰਦਾ ਹੈ, ਵਕਤ ਦਾ ਸਦਰ ਅਕਾਊਂਟ ਦੇ ਵਿੱਚ ਕੋਈ, ਮੇਰੇ ਖਿਆਲ ਹੈ ਕਿਸੇ ਅਕਾਊਂਟ ਦੇ ਵਿੱਚ ਦੀ ਲਿਮਿਟ 1.5 ਕਰੋੜ ਹੈ, ਉਹਦੇ ਅਕਾਊਂਟ 'ਚ 2 ਕਰੋੜ ਆ ਜਾਏ ਨਾ ਤੇ ਨਾਲ ਹੀ ਉਹ ਸ਼ਾਰਟ ਹੋ ਜਾਂਦਾ, ਲਓ ਜੀ ਮੈਂ ਗਿਆ। ਯਾਰ ਇਹ ਦੱਸੋ ਨਾ, 28 ਇਨਕੁਆਰੀਆਂ 'ਚ ਕੀ ਹੋਇਆ? ਜਿੱਥੇ ਬਰਫ਼ ਹੋਈ ਜਾਂ ਕੋਈ ਚੀਜ਼ ਪਿਘਲਣਾ ਸ਼ੁਰੂ ਹੋਈ, 12 ਇਨਕੁਆਰੀਜ਼, ਇਹ 28 ਇਨਕੁਆਰੀਜ਼ 12 ਇਨਕੁਆਰੀਜ਼ ਉਹ ਹੋਈਆਂ ਸਨ ਜਿਹੜੀ ਜਨਰਲ ਪਰਵੇਜ਼ ਮੁਸ਼ਰਫ ਮਰਹੂਮ ਦੇ ਦੌਰ ਵਿੱਚ ਕਲੋਜ਼ ਕਰਤੀਆਂ ਗਈਆਂ। ਵਜ੍ਹਾ ਹੈ ਕਿ ਮੈਂ ਉਹ ਸਾਰੀ ਇਨਕੁਆਰੀਆਂ ਦੱਸੀਆਂ ਕਿ ਕਿਹੜੀ ਇਨਕੁਆਰੀ ਹੈ ਸੀ, ਬਿਲਕੁਲ ਮੈਂਸ਼ਨ ਹੈ, ਸਾਰੀਆਂ ਐਲੀਗੇਸ਼ਨ ਦੇ ਬੇਸ ਤੇ ਹੈਗੀ ਸੀ। ਜਦੋਂ ਨੈਬ ਉਹਨੂੰ ਕਲੋਜ਼ ਕਰਦਾ ਤੇ ਨੈਬ ਦੇ ਆਫੀਸ਼ੀਅਲ ਡਾਕੂਮੈਂਟ ਜੋ ਲਿਖਿਆ ਹੈ, ਮੈਂ ਉਹਨੂੰ ਕੋਟ ਕੀਤਾ, ਰਿਮਾਰਕਸ ਜਿਹੜੇ ਆਫੀਸ਼ੀਅਲ ਨੇ,
ਇਹ ਡਾਕੂਮੈਂਟ ਦੀ ਗੱਲ ਹੋ ਰਹੀ ਹੈ। ਇਹ ਨਹੀਂ ਗਾ ਕਿ ਕੋਈ ਸਟੇਟਮੈਂਟ ਆਇਆ ਹੋਵੇ, ਅਖਬਾਰ ਦੇ ਵਿੱਚ ਸਟੇਟਮੈਂਟ ਆਇਆ ਹੋਵੇ, ਟੀਵੀ 'ਚ ਸਟੇਟਮੈਂਟ ਆਇਆ ਹੋਵੇ, ਯਾਰ ਆ ਜਾਂਦੇ ਕਿਸੇ ਬੰਦੇ ਨੇ ਮੇਰੇ ਕੰਨ ਤੇ ਗੱਲ ਪਾ ਦਿੱਤੀ। ਸਾਡੇ ਤੇ ਹੇਅਰ ਸੇ ਬਹੁਤ ਚੱਲਦਾ ਨਾ। ਠੀਕ ਹੈ। ਉਹਦੇ 'ਚ ਲਿਖਿਆ ਸੀ ਕਿ ਵੀ ਕੁਡਨਟ ਫਾਈਂਡ ਦੀ ਇਨਕ੍ਰੀਮੀਨੇਟਿੰਗ ਐਵੀਡੈਂਸ। ਸਾਡੇ ਕੋਲ ਸਬੂਤ ਕੋਈ ਨਹੀਂ ਗਾ। ਐਗਜ਼ੈਕਟਲੀ ਇਹੋ ਹੀ ਮੈਂਸ਼ਨ ਹੋਇਆ ਪਿਆ ਕਿ ਸਾਡੇ ਕੋਲ ਐਵੀਡੈਂਸ ਕੋਈ ਨਹੀਂ ਗਾ। ਇਸ ਵਾਸਤੇ ਅਸੀਂ ਇਨਕੁਆਇਰੀ ਕਲੋਜ਼ ਕਰਨੇ ਪਏ। ਹੁਣ ਸਵਾਲ ਇੱਕ ਉੱਠਦਾ ਹੈ ਕਿ ਜਦੋਂ ਤੁਸੀਂ ਇਨਕੁਆਇਰੀ ਸ਼ੁਰੂ ਕੀਤੀ, ਇਨਕੁਆਇਰੀ ਸ਼ੁਰੂ ਕੀਤੀਆਂ, ਉਹਦੇ 'ਚ 12 ਇਨਕੁਆਇਰੀਜ਼ ਵੀ ਐਸੇ ਧੂਮ ਧੜੱਕੇ ਦੇ ਨਾਲ, ਸ਼ਬਸ਼ਬਾ ਦੇ ਨਾਲ ਕਿ ਲੋਕਾਂ ਨੂੰ ਯਕੀਨ ਆ ਜਾਵੇ ਕਿ ਇਹਨਾਂ ਨੇ ਉਹ ਕਰਪਸ਼ਨ ਕੀਤੀ ਜਿਹੜੀ ਸੀ ਫੜ ਲਈ ਹੈ। ਠੀਕ ਹੈ। ਸ਼ਰੀਫ ਖਾਨਦਾਨ ਨੇ ਉਹ ਕਰਪਸ਼ਨ ਕੀਤੀ ਜਿਹੜੀ ਸੀ ਫੜ ਲਈ ਹੈ। ਖਾਨ ਸਾਹਿਬ ਇੱਥੇ ਵਤੀਰਾ ਹੈ ਨਾ ਕਿ ਆਵਾਮ ਨੇ ਤੇ ਜਿਹੜਾ ਬੰਦਾ ਫੜਿਆ ਜਾਵੇ, ਹਲੇ ਉਹ ਮੁਲਜ਼ਮ ਹੈ, ਉਹ ਗਿਲਟੀ ਸਾਬਤ ਨਹੀਂ ਹੋਇਆ, ਆਪਾਂ ਉਹਨੂੰ ਗਿਲਟੀ ਪਹਿਲਾਂ ਹੀ ਕਰ ਦੇਣਾ। ਇਹ ਤੁਹਾਡੀ ਗੱਲ ਸਹੀ ਹੈ। ਸਾਡੇ ਇੱਥੇ ਲੋਕਾਂ ਦਾ ਵੀ ਨਾ ਲੋਕਾਂ ਨੂੰ ਜਿਸ ਤਰ੍ਹਾਂ ਦੱਸਿਆ ਨਾ ਕਿ ਨੈਬ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ, ਉਹਨਾਂ ਨੇ ਕਿਹਾ ਲੋ ਨੈਬ ਨੇ ਇਸ ਬੰਦੇ को पकड़ लिया। ਲੋਕਾਂ ਨੂੰ ਭਲਾ ਕੀ ਕਹਿਣਾ, ਦੇਖਿਆ ਖਾਨ ਸਾਹਿਬ ਤੁਹਾਨੂੰ ਪਹਿਲੇ ਕਿਹਾ ਸੀ। ਹਾਂ ਜੀ, ਟੰਗਿਆ ਗਿਆ ਹੈ, ਟੰਗਿਆ ਗਿਆ, ਇਹ ਕੀਤਾ। ਤੁਸੀਂ ਕੇਸ ਪੜ੍ਹ ਲਓ, ਤੁਸੀਂ ਇਨਕੁਆਇਰੀ ਪੜ੍ਹ ਲਓ, ਤੁਸੀਂ ਇਨਵੈਸਟੀਗੇਸ਼ਨ ਪੜ੍ਹ ਲਓ, ਉਹਦੇ ਬਾਅਦ ਤੁਸੀਂ ਫੈਸਲਾ ਕਰੋ ਕਿ ਯਾਰ ਇਹ ਕੇਸ ਮਜ਼ਬੂਤ ਹੈ ਜਾਂ ਅਗਲੇ ਨੇ ਐਵੇਂ ਦੌੜ ਲਵਾਤੀ ਹੈ। ਬੇਸ਼ੱਕ ਇਹ ਸਾਡੇ ਤੇ ਟ੍ਰੈਂਡ ਨਹੀਂ ਗਾ। ਠੀਕ ਹੈ। ਤੇ ਇਹਨਾਂ 12 ਇਨਕੁਆਇਰੀਆਂ ਦੇ ਵਿੱਚ ਕੋਈ ਐਵੀਡੈਂਸ ਨਹੀਂ ਹੈਗਾ ਸੀ। ਓਕੇ। ਤੇ ਮੇਰੇ ਜ਼ਿਹਨ 'ਚ ਸਵਾਲ ਆਉਂਦਾ ਹੈ ਕਿ ਜਿਹੜੇ ਤੁਸੀਂ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ 7 ਸਾਲ ਲਾਏ, ਇਹ ਡਿਟਰਮਨ ਕਰਦੇ ਹੋਇਆਂ ਕਿ ਮੈਂ ਤਾਂ ਐਵੀਡੈਂਸ ਹੀ ਕੋਈ ਨਹੀਂ ਹੈ, ਤੇ ਫਿਰ ਸ਼ੁਰੂ ਕਿਉਂ ਕੀਤੀ ਸੀ? ਪੁਆਇੰਟ ਦੀ ਗੱਲ। ਢੰਡੋਰਾ ਕਿਉਂ ਪਾਇਆ ਸੀ? ਦੌੜਾਂ ਕਿਉਂ ਲਵਾਈਆਂ? ਫਿਰ ਡਰਾਇਆ ਕਿਉਂ? ਇਹਦਾ ਮਤਲਬ ਹੈ ਕਿ ਇਹ ਨੈਬ ਦੇ ਆਈਓ ਹੋਣ, ਇਨਵੈਸਟੀਗੇਸ਼ਨ ਆਫਿਸਰ ਹੋਣ, ਇਨਕੁਆਇਰੀ ਆਫਿਸਰ ਹੋਣ, ਸੁਪਰਵਾਈਜ਼ਿੰਗ ਆਫਿਸਰ ਹੋਣ, ਇਹਨਾਂ ਨੂੰ ਮੇਰਾ ਕੰਮ ਨਹੀਂ ਆਉਂਦਾ। ਠੀਕ ਹੈ। ਇਨਕੁਆਇਰੀ ਉਹਨੂੰ ਕਰਨੀ ਚਾਹੀਦੀ ਹੈ ਜਿਹਨੂੰ ਪਤਾ ਹੋਵੇ ਕਿ ਇਨਕੁਆਇਰੀ ਕਰਦੇ ਕਿਸ ਤਰ੍ਹਾਂ। ਨੈਬ ਕੋ ਨਾ ਕਰਾਈਏ ਤਾਂ ਫਿਰ ਕਿਤੇ ਕੋ ਕਰਾਈ? ਇਹ ਨੈਬ ਨੂੰ, ਤੇ ਨੈਬ ਨਾਲ ਸਵਾਲ ਕਰੋ ਨਾ, ਮੁੰਨਾ ਸਵਾਲ ਕਰਨ ਦੀ ਬਜਾਏ ਤੁਹਾਡਾ ਸਵਾਲ ਬਣਦਾ ਨੈਬ ਤੋਂ ਕਿ ਭਾਈ ਜੇ ਨਾ ਇਹ ਆਪਕੀ ਪਰਫਾਰਮੈਂਸ ਇਵੈਲੂਏਸ਼ਨ ਹੁੰਦੀ ਪਈ ਹੈ, ਰਿਕਾਰਡਡ ਡਾਕੂਮੈਂਟਡ ਪਰਫਾਰਮੈਂਸ ਇਵੈਲੂਏਸ਼ਨ, ਕਿ ਤੁਸੀਂ ਇਹ ਕਰਦੇ ਹੋ। ਸਾਡੇ ਤੇ ਰਿਵਾਜ ਨਹੀਂ ਹੈਗਾ ਕਿ ਜਾ ਕੇ ਐਕਸਪਲੋਰ ਕਰਨ ਦਾ ਆਫੀਸ਼ੀਅਲ ਰਿਕਾਰਡ ਨੂੰ, ਆਫੀਸ਼ੀਅਲ ਡੇਟਾ ਨੂੰ, ਆਫੀਸ਼ੀਅਲ ਡਾਕੂਮੈਂਟ। ਸਾਡੇ ਇੱਥੇ ਰਿਵਾਜ ਨਹੀਂ ਹੈਗਾ। ਸਾਡੇ ਤੇ ਰਿਵਾਜ ਹੈਗਾ ਮੈਂ ਸੁਣੀ ਸੁਣਾਈ ਗੱਲ ਤੇ ਚੱਲਣਾ ਪਿਆ। ਇਦਾਂ ਹੀ ਹੈ। ਅੱਗੋਂ ਮੈਂ ਕਿਸੇ ਨੂੰ ਹੋਰ ਨੂੰ ਸੁਣੀ ਸੁਣਾਈ ਗੱਲ ਤੇ ਚਲਾ ਰਿਹਾ, ਉਹ ਅੱਗੋਂ ਕਿਸੇ ਹੋਰ ਨੂੰ ਸੁਣੀ ਸੁਣਾਈ ਗੱਲ ਤੇ ਚਲਾ ਰਿਹਾ। ਉਹੀ ਵਾਲੀ ਗੱਲ ਹੋ ਗਈ ਨਾ, ਸੁਣੀ ਸੁਣਾਈ ਤਰੀਕੇ ਇਨਸਾਫ ਦੇ ਜਲਸੇ 'ਚ ਲੱਖ ਬੰਦਾ ਮਰ ਗਿਆ, ਲੱਖ ਬੰਦਾ ਕਿੱਥੇ ਸੁਣ ਕੇ ਤੇ ਅਮਲ ਕਰ ਲਿਆ। ਉਹ ਮੈਂ ਉਹੀ ਕਹਿਣਾ ਪਿਆ ਕਿ ਇੱਥੇ ਸਾਡੇ ਤੇ ਹੇਰ ਸੇ ਬੜੀ ਚੱਲਦੀ। ਇਦਾਂ ਹੀ ਹੈ। ਹੁਣ ਤੇ ਬਹੁਤ ਚੱਲਣਾ ਸ਼ੁਰੂ ਹੋ ਗਈ। ਪਹਿਲੇ ਤੇ ਫੇਰ ਵੀ ਥੋੜਾ ਬਹੁਤ ਫੈਕਟਸ ਵੀ ਨਾਲ ਆ ਜਾਂਦੇ ਸਨ। ਹੁਣ ਸਿਰਫ ਟਰੱਕ ਦੀ ਬੱਤੀ ਖਾਨ। ਹੁਣ ਸਿਰਫ ਹੈਗਾ ਕਿ ਤੁਸੀਂ ਹੇਰ ਸੇ ਦੱਸ ਦਿਓ। ਤੇ ਇਹ 12 ਇਨਕੁਆਇਰੀਜ਼ ਹੁਣ ਦੇਖੋ, ਇੱਕ ਇੱਕ ਕਾਗਜ਼, ਇੱਕ ਇੱਕ ਸਫਾ, ਇੱਕ ਇੱਕ ਲਾਈਨ ਮੈਂ ਐਕਸਪਲੋਰ ਕੀਤੀ ਹੋਏਗੀ ਤੇ ਇਸ ਨਤੀਜੇ ਤੇ ਪਹੁੰਚਿਆ। ਇਦਾਂ ਹੀ ਹੈ। ਹਰ ਰਿਮਾਰਕਸ ਖਵਾਤੀਨੋ ਹਜ਼ਰਾਤ, ਜਿਹੜੇ ਰਿਮਾਰਕਸ ਮੈਂਸ਼ਨ ਨੇ ਨਾ, ਉਹ ਇਹ ਨੇ ਕਿ ਲੈਕ ਆਫ ਐਵੀਡੈਂਸ ਦੀ ਵਜ੍ਹਾ ਤੋਂ ਇਹ ਇਨਕੁਆਇਰੀ ਕਲੋਜ਼ ਹੋ ਗਈ। ਤੁਸੀਂ ਇਹ ਕਿਤਾਬ ਪੜ੍ਹਨੀ ਆਪ, ਮੈਂ ਪੜ੍ਹ ਰਿਹਾ ਨਾਲ ਨਾਲ, ਮੈਂ ਇੱਕ ਇੱਕ ਸ਼ੈ ਨੂੰ ਟੈਲੀ ਕਰ ਰਿਹਾ ਖਾਨ ਸਾਹਿਬ ਦੇ ਅਲਫਾਜ਼ ਦੇ ਨਾਲ। ਖਾਨ ਸਾਹਿਬ, ਇਹ ਤੇ ਪਹਿਲਾ ਚੈਪਟਰ ਤੁਹਾਡਾ ਹੋ ਗਿਆ ਜਿਹਦੇ ਵਿੱਚ 12 ਇਨਕੁਆਇਰੀਆਂ ਦਾ ਜ਼ਿਕਰ ਹੈ। ਮੈਂ ਨਾ ਹੁਣ ਚੈਪਟਰ 2 ਤੇ ਨਜ਼ਰ ਮਾਰ ਰਿਹਾ। ਇਹਦੇ ਵਿੱਚ ਲਿਖਿਆ 9 ongoing investigations against ਸ਼ਰੀਫ ਫੈਮਿਲੀ ਇਨ ਨੈਬ। ਇਹ ਕੀ ਚੱਕਰ ਹੈ? ਅੱਛਾ, ਇਹ ਵੀ ਇੱਕ ਐਸਾ ਇੱਕ ਚੀਜ਼ ਹੈਗੀ ਹੈ ਕਿ ਇੱਕ 12 ਇਨਕੁਆਇਰੀਜ਼ ਤੁਸੀਂ ਕਲੋਜ਼ ਕਰਤੀਆਂ ਕਿ ਤੁਹਾਡੇ ਕੋਲ ਐਵੀਡੈਂਸ ਹੀ ਨਹੀਂਗਾ। ਠੀਕ ਹੈ। ਹੁਣ ਜਿਹੜੀ 9 ਇਨਕੁਆਇਰੀਆਂ ਚੱਲਦੀਆਂ ਰਹੀਆਂ, 9 ਇਨਕੁਆਇਰੀਆਂ ਚੱਲਦੀਆਂ ਨੇ 20 ਸਾਲ, 20 years, 1999 ਦੇ ਵਿੱਚ, ਉਸ ਤੋਂ ਲੈ ਕੇ ਤੇ ਹੁਣ 2025 ਆ ਗਿਆ ਖਾਨ ਸਾਹਿਬ। ਯਾਰ 20 ਸਾਲ ਇਹ ਦੁਨੀਆ ਦੇ ਵਿੱਚ ਇਹ ਤੋਂ ਵੱਡਾ ਮਜ਼ਾਕ ਨਹੀਂ ਹੋ ਸਕਦਾ ਕਿ 20 ਸਾਲ ਇੱਕ ਇਨਕੁਆਇਰੀ ਚੱਲਦੀ ਪਈ। ਇਹਦੇ 'ਚ ਮੈਂ ਤੁਹਾਨੂੰ ਐਕਸਪਲੇਨ ਕਰ ਦੇਵਾਂ ਜਿਹਦੇ 'ਚ ਸਮਝਣ 'ਚ ਆਸਾਨੀ ਹੋਏਗੀ ਕਿ ਜਦੋਂ ਕਦੀ ਵੀ ਇਹ ਕੋਈ ਚੀਜ਼ ਹੁੰਦੀ ਹੈ ਨਾ, ਨੈਬ ਕੋਲ ਜਾਂ FIA ਕੋਲ ਜਾਂ ਦੁਨੀਆ ਦੀ ਕਿਸੇ ਵੀ ਐਂਟੀ ਕਰਪਸ਼ਨ ਏਜੰਸੀ ਕੋਲ, ਤੇ ਪਹਿਲੀ ਚੀਜ਼ ਹੁੰਦੀ ਕੰਪਲੇਂਟ ਲੌਜ ਹੁੰਦੀ। ਠੀਕ ਹੈ। ਕੋਈ ਕੰਪਲੇਂਟ ਕਰਦਾ, ਉਹ ਕੋਈ ਇੰਡੀਵਿਜੂਅਲ ਕਰਦਾ ਜਾਂ ਸੋਰਸ ਰਿਪੋਰਟ ਹੁੰਦੀ। ਠੀਕ ਹੈ। ਠੀਕ ਹੈ। ਉਹਦੇ ਬਾਅਦ ਉਹਦੀ ਇਵੈਲੂਏਸ਼ਨ ਹੁੰਦੀ ਹੈ। ਬਿਲਕੁਲ ਇਦਾਂ ਹੀ ਹੈ। ਕੰਪਲੇਂਟ ਇਵੈਲੂਏਸ਼ਨ ਪ੍ਰੋਸੈਸ ਹੁੰਦਾ। ਉਹਦੇ ਬਾਅਦ ਇਹ ਫੈਸਲਾ ਹੁੰਦਾ ਹੈ ਕਿ ਇਹਨੂੰ ਇਨਕੁਆਇਰੀ 'ਚ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ। ਇਸ ਕੇਸ ਨੂੰ ਇਨਕੁਆਇਰੀ ਪਹਿਲੀ ਸਟੇਜ ਹੁੰਦੀ ਹੈ। ਉਹਦੇ ਬਾਅਦ ਇਨਕੁਆਇਰੀ ਨੇ ਅਪਗ੍ਰੇਡ ਹੋਣਾ ਹੁੰਦਾ ਹੈ ਇਨਵੈਸਟੀਗੇਸ਼ਨ ਵਿੱਚ।
ਇਦਾਂ ਹੀ ਆ ਖਾਨ ਸਾਹਿਬ। ਔਰ ਇਨਵੈਸਟੀਗੇਸ਼ਨ ਤੋਂ ਬਾਅਦ ਅਪਗ੍ਰੇਡ ਹੋਣਾ ਹੁੰਦਾ ਰੈਫਰੈਂਸ ਵਿੱਚ। ਫਿਰ ਰੈਫਰੈਂਸ ਜਾਣਾ ਕੋਰਟ, ਟ੍ਰਾਇਲ ਕੋਰਟ ਵਿੱਚ। ਉੱਥੇ ਜਾ ਕੇ ਜੱਜ ਨੇ, ਅਦਾਲਤ ਨੇ ਫੈਸਲਾ ਕਰਨਾ ਹੈ ਕਿ ਇਸ ਕੇਸ ਵਿੱਚ ਇਹ ਮੁਲਜ਼ਮ ਸਾਬਤ ਹੁੰਦਾ ਕਿ ਨਹੀਂ ਹੁੰਦਾ। ਜਦੋਂ ਦੋਨੋਂ ਤਰਫ ਦੇ, ਇੱਕ ਪਾਸੇ ਪ੍ਰੋਸੀਕਿਊਟਰ ਹੁੰਦਾ, ਦੂਸਰੇ ਪਾਸੇ ਡਿਫੈਂਸ ਲਾਇਰ ਹੁੰਦਾ। ਠੀਕ ਹੈ। ਪ੍ਰੋਸੀਕਿਊਟਰ ਨੇ ਆਪਣੀ ਜਗ੍ਹਾ ਤੇ ਦੇਣਾ ਹੁੰਦਾ, ਪੇਸ਼ ਕਰਨਾ ਹੁੰਦਾ, ਤੇ ਡਿਫੈਂਸ ਵਾਲੇ ਨੇ ਆਪਣੀ ਜਗ੍ਹਾ ਤੇ ਦੇਣਾ ਹੁੰਦਾ। ਸਾਹਿਬ ਇੱਥੇ ਇਨਕੁਆਇਰੀ 20 ਸਾਲ ਚੱਲਣ ਦੀ ਤੇ ਇਹ ਇਨਕੁਆਇਰੀ ਹੈਗੀ ਜਿਹੜੀ ਪਹਿਲੀ ਸਟੇਜ ਹੈਗੀ ਹੈ। ਪਹਿਲੀ ਸਟੇਜ ਦੇ ਉੱਤੇ 20 ਸਾਲ ਨੈਬ ਲਾਉਂਦੀ ਪਈ ਹੈ। ਔਰ ਇਨਕੁਆਇਰੀ ਕਿਹਦੇ ਖਿਲਾਫ ਹੈਗੀ ਹੈ? ਸ਼ਰੀਫ ਖਾਨ ਦਾ। ਖਾਨ ਸਾਹਿਬ ਉਹਨਾਂ ਨੇ ਮੁੱਕ ਜਾਣਾ ਜਿਹਨਾਂ ਤੇ ਇਨਕੁਆਇਰੀ ਹੈ, ਲੇਕਿਨ ਇਹਨਾਂ ਦੀ ਇਨਕੁਆਇਰੀ ਨਹੀਂ ਮੁੱਕਣੀ। ਅੱਛਾ, ਇਹਦੇ ਵਿੱਚ ਮੈਂ ਲਿਖਿਆ ਆਪਣੀ ਕਿਤਾਬ ਵਿੱਚ ਕਿ ਨੈਬ ਨੂੰ ਬਜਾਏ ਨੈਬ ਕਹਿੰਦੇ ਨਾ, ਇਹਨੂੰ ਉਹ ਜਿਹੜਾ ਕੀ ਹੁੰਦਾ ਮਹਿਕਮਾ ਆਸਾਰੇ ਕਦੀਮਾ। ਠੀਕ ਹੈ। ਮਹਿਕਮਾ ਆਸਾਰੇ ਕਦੀਮਾ ਮੈਂ ਕਿਉਂ ਕਿਹਾ? ਕਿ ਜਦੋਂ ਪਹਿਲੀ ਪ੍ਰੋਬ ਦੀ ਪਹਿਲੀ ਸਟੇਜ ਹੈਗੀ ਇਨਕੁਆਇਰੀ, ਇਹੀ ਨਹੀਂ ਕਲੀਅਰ ਹੁੰਦਾ, ਚੰਦ ਹਫ਼ਤੇ ਜਾਂ ਚੰਦ ਮਹੀਨੇ ਜਾਂ ਮੈਕਸਿਮਮ 1 ਸਾਲ ਲਾ ਲਓ। 20 ਸਾਲ ਪੂਰੀ ਦੁਨੀਆ ਵਿੱਚ ਕੋਈ ਕਨਸੈਪਟ ਹੈ ਹੀ ਨਹੀਂ, ਕੋਈ ਪ੍ਰੈਕਟਿਸ ਹੀ ਨਹੀਂ ਹੈਗੀ ਕਿ ਇਨਕੁਆਇਰੀ ਦੇ ਉੱਤੇ ਜਿਹੜੀ ਪਹਿਲੀ ਸਟੇਜ ਹੈਗੀ 20 ਸਾਲ ਲੱਗ ਜਾਣ। ਇਸ ਵਾਸਤੇ ਮੈਂ ਕਿਹਾ ਸੀ ਕਿ ਮਹਿਕਮਾ ਆਸਾਰੇ ਕਦੀਮਾ ਜਿਹੜਾ ਪੁਰਾਣੀ ਚੀਜ਼ਾਂ ਨੂੰ ਪ੍ਰੀਜ਼ਰਵ ਕਰਦਾ। ਇਸੇ ਤਰ੍ਹਾਂ ਇਹ ਇਨਕੁਆਇਰੀ ਵੀ ਹੈ ਨਾ, ਪ੍ਰੀਜ਼ਰਵ ਕਰਦੇ ਨੇ। ਨੈਬ ਇਨਕੁਆਇਰੀ ਚਲਾਉਂਦਾ ਨਹੀਂ ਹੈ, ਪ੍ਰੀਜ਼ਰਵ ਕਰਦਾ। ਔਰ ਦੂਜੀ ਗੱਲ ਹੈਗੀ ਕਿ ਮੈਂ ਵਿੱਚ ਲਿਖਿਆ ਵੀ ਹੈ, ਮੈਂ ਕਿਹਾ ਇਹਨੂੰ ਇਨਕੁਆਇਰੀਜ਼ ਨੂੰ ਮੈਨੂੰ ਲੱਗਦਾ ਹੈ ਕਿ ਨੈਬ ਚਾਹੁੰਦੀ ਹੈ ਕਿ ਇਹ ਇਨਕੁਆਇਰੀਜ਼ ਮਿਊਜ਼ੀਅਮ ਵਿੱਚ ਚਲੀ ਜਾਣ, ਅਜਾਇਬ ਘਰ ਵਿੱਚ। ਉਹ ਪੁਰਾਣੀ ਚੀਜ਼ਾਂ ਨਹੀਂ ਅਸੀਂ ਅਜਾਇਬ ਘਰ ਜਾ ਕੇ ਦੇਖਦੇ। ਅੱਜ ਤੋਂ 500 ਸਾਲ ਪਹਿਲੇ, 100 ਸਾਲ ਪਹਿਲੇ, 200 ਸਾਲ ਪਹਿਲੇ, 300 ਸਾਲ ਪਹਿਲੇ ਇਹ ਸਾਡੇ ਇੱਥੇ ਚੜੀ ਸੀ। ਇੰਝ ਹੀ ਨੈਬ ਦੀ ਇਨਕੁਆਇਰੀ, ਸਾਰੀ ਇਨਕੁਆਇਰੀਆਂ ਨੂੰ ਉੱਥੇ ਰੱਖ ਦੇਣਾ ਚਾਹੀਦਾ। ਨੈਕਸਟ ਜਨਰੇਸ਼ਨ ਆਏ, ਅਸੀਂ ਆਪਣੇ ਬੱਚਿਆਂ ਦੇ ਨਾਲ ਜਾਈਏ ਜਾਂ ਬੱਚਿਆਂ ਦੇ ਬੱਚਿਆਂ ਨਾਲ ਜਾਈਏ, ਦਿਖਾਈਏ ਕਿ ਇਹ ਉਹ ਇਨਕੁਆਇਰੀ ਹੁੰਦਾ ਸੀ ਜੀ ਸ਼ਰੀਫ ਖਾਨਦਾਨ ਜਿਹੜਾ ਨੈਬ ਨੇ ਦਰਿਆਫਤ ਕੀਤੀ। ਠੀਕ ਹੈ ਨਾ? ਇਹ ਹੋਣਾ ਚਾਹੀਦਾ ਕਿ ਤੁਸੀਂ ਇੱਕ ਪਾਸੇ 12 ਇਨਕੁਆਇਰੀਜ਼ ਕਲੋਜ਼ ਡਾਊਨ ਕਰ ਦਿੰਦੇ ਹੋ। ਇਹ ਕਹਿੰਦੇ ਕਿ ਸਾਡੇ ਕੋਲ ਐਵੀਡੈਂਸ ਕੋਈ ਨਹੀਂ ਗਾ। ਔਰ ਕਿਹਦੇ ਖਿਲਾਫ? ਸ਼ਰੀਫ ਖਾਨਦਾਨ ਦੇ ਖਿਲਾਫ। ਖਾਨ ਸਾਹਿਬ ਇੱਥੇ ਮੇਰੇ ਸਾਹਮਣੇ ਨਾ ਹੁਣ ਇੱਕ ਆਇਆ ਚੈਪਟਰ 3 ਤੇ ਇਹਦੀ ਹੈਡਿੰਗ ਬੜੀ ਮਜ਼ੇਦਾਰ ਹੈ। ਤੁਸੀਂ ਲਿਖਿਆ ਕਿ ਜੀ ਨੈਬ ਹੈਜ਼ ਫਾਈਲਡ 4 ਰੈਫਰੈਂਸਸ ਅਗੇਂਸਟ ਸ਼ਰੀਫਸ। ਅੱਛਾ, ਇਹਦੇ ਵਿੱਚ ਹੈਗਾ ਕਿ 4 ਰੈਫਰੈਂਸਸ। ਚਲੋ ਤੁਸੀਂ ਰੈਫਰੈਂਸਸ ਤੱਕ ਪਹੁੰਚ ਗਏ। 28 ਦੇ ਵਿੱਚ 4 ਦੇ ਵਿੱਚ ਤੁਸੀਂ ਰੈਫਰੈਂਸਸ ਤੱਕ ਪਹੁੰਚ ਗਏ। ਬੜੀ ਤੁਹਾਡੀ ਸਲੂਟ ਕਰਨਾ ਚਾਹੀਦਾ। ਸਾਹਿਬ 28 ਕੇਸਿਸ ਤੇ 28 ਤੋਂ 4 ਰੈਫਰੈਂਸ ਤੱਕ ਗਈਆਂ। 4 ਰੈਫਰੈਂਸ ਅੱਗੇ ਕੀ ਹੋਇਆ? ਰੈਫਰੈਂਸ ਦਾ ਹੋਇਆ ਨੈਬ ਡਿਡ ਨਾਟ ਬੋਦਰ ਟੂ ਕੰਡਕਟ ਦ ਪ੍ਰੋਪਰ ਟ੍ਰਾਇਲ। ਅਦਾਲਤ ਨੇ ਫਾਰਗ ਕਰਤਾ। ਅਦਾਲਤ ਜਦੋਂ ਫਾਰਗ ਕਰਦੀ ਹੈ, ਹਾਈ ਕੋਰਟ ਫਾਰਗ ਕਰ ਦਿੰਦੀ। ਠੀਕ ਹੈ। ਨੈਬ ਦਾ ਹੋਣਾ ਚਾਹੀਦਾ ਸੀ, ਜਾਂ ਕੋਈ ਵੀ ਤਹਿਕੀਕਾਤੀ ਅਦਾਰਾ ਹੋਵੇ ਜਾਂ ਪੁਲਿਸ ਹੋਵੇ ਜਾਂ ਕੋਈ ਮਹਿਕਮਾ ਹੋਵੇ, ਉਹ ਅਪੀਲ ਦਾਇਰ ਕਰਦੀ ਹੈ। ਅਪੀਲ ਕਿੱਥੇ ਦਾਇਰ ਕਰਦੀ? ਸੁਪਰੀਮ ਕੋਰਟ ਵਿੱਚ। ਇਹਨਾਂ ਨੇ ਇਹ ਵੀ ਬੋਦਰ ਨਹੀਂ ਕੀਤਾ ਨੈਬ ਵਾਲਿਆਂ ਨੂੰ ਕਿ ਯਾਰ ਤੁਹਾਡੀ ਚੀਜ਼ ਪਿੱਟ ਗਈ ਹੈ, ਤੁਹਾਡਾ ਰੈਫਰੈਂਸ ਪਿੱਟ ਗਿਆ ਅਦਾਲਤ ਵਿੱਚ। ਅਪੀਲ ਦਾ ਇੱਕ ਸਪੇਸ ਤੁਹਾਡੇ ਕੋਲ ਹੈਗੀ ਹੈ। ਯਾਨੀ ਕਿ ਇਹਨਾਂ ਨੂੰ ਆਪਣੇ 'ਤੇ ਇਤਬਾਰ ਹੈਗਾ ਸੀ ਕਿ ਅਸੀਂ ਐਡੀ ਨਲਾਇਕ ਕਿਸਮ ਦੀ ਇਨਕੁਆਇਰੀ ਕੀਤੀ ਜਿਹੜੀ ਅਦਾਲਤ ਦੀ ਪਿੱਟਣੀ ਸੀ। ਇਸ ਵਾਸਤੇ ਇਹਨਾਂ ਨੇ ਮੋਸਟ ਪ੍ਰੋਬਬਲੀ ਇਸ ਵਾਸਤੇ ਮੈਂ ਖਿਆਲ ਸੁਪਰੀਮ ਕੋਰਟ 'ਤੇ ਨਹੀਂ ਗਏ। ਬਹੁਤ ਅੱਛੇ ਖਾਨ ਸਾਹਿਬ, ਇੱਥੇ ਮੈਂ ਇੱਕ ਗੱਲ 'ਤੇ ਹੋਰ ਆਵਾਂਗਾ। ਮੈਂ ਨਾ ਇਹਦਾ ਨਾ ਇੱਕ ਚੈਪਟਰ ਪੜ੍ਹਿਆ ਤੁਹਾਡਾ, ਚੈਪਟਰ ਨੰਬਰ 4। ਇਹਦੇ 'ਚ ਜ਼ਿਕਰ ਹੈਗਾ ਲੰਡਨ ਦੇ ਵਿੱਚ ਜਿਹੜੇ ਐਵਨਫੀਲਡ ਫਲੈਟਸ ਨੇ ਉਹਨਾਂ ਦੀ ਵੀ ਇਨਕੁਆਇਰੀ ਨੈਬ ਨੇ ਕੀਤੀ। ਤੇ ਇਸ ਕੇਸ ਦੀ ਇਨਕੁਆਇਰੀ ਦਾ ਕੀ ਬਣਿਆ ਹੈ? ਚੈਪਟਰ ਨੰਬਰ 4 ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਇੱਥੇ ਮੈਂਸ਼ਨ ਹੋਇਆ ਪਿਆ। ਐਵਨਫੀਲਡ ਫਲੈਟਸ ਦਾ ਕੀ ਕੇਸ ਹੈ ਖਾਨ ਸਾਹਿਬ? ਇਹ ਕੇਸ ਪਨਾਮਾ ਪੇਪਰ ਆਏ ਸਨ 9 ਮਈ 2016। ਠੀਕ ਹੈ। ਪੂਰੀ ਦੁਨੀਆ ਦਾ ਆਫਸ਼ੋਰ ਕੰਪਨੀਜ਼ ਜਿਨ੍ਹਾਂ ਨੇ ਬਣਾਈਆਂ ਸਨ, ਪਨਾਮਾ ਪੇਪਰਸ ਲੀਕਸ ਹੁੰਦੇ ਨੇ, ਉਹ ਵੀ ਜਰਨਲਿਸਟ ਹੈਗੇ ਨੇ। ਪੂਰੀ ਦੁਨੀਆ ਦੇ ਜਰਨਲਿਸਟ। ਇਹ ਸਾਰੇ ਇੱਕਦਮ 9 ਮਈ ਨੂੰ ਹੀ ਕਿਉਂ ਹੁੰਦੇ ਨੇ? 9 ਮਈ ਤੇ ਹੋਰ ਵੀ ਬਹੁਤ ਕੁਝ। ਇਹ ਵੀ ਤੁਹਾਨੂੰ ਦੱਸਣਾ 9 ਮਈ 2016। ਔਰ ਇਹ 46 ਦਿਨਾਂ ਬਾਅਦ 46 ਡੇਜ਼ ਲੇਟਰ ਨੈਬ ਦੇ ਡਾਕੂਮੈਂਟ ਦੇ ਵਿੱਚ ਐਵਨਫੀਲਡ ਫਲੈਟਸ, ਜਿਹੜੇ ਲੰਡਨ ਦੇ ਫਲੈਟਸ ਹੈਗੇ ਸਨ ਸ਼ਰੀਫ ਖਾਨਦਾਨ ਦੇ, ਉਹਦੇ ਬਾਰੇ 'ਚ ਇੱਕ ਨਵੀਂ ਚੀਜ਼ ਇੰਟਰਨਲ ਕੋਰਸਪੋਂਡੈਂਸ ਸਾਹਮਣੇ ਆਉਂਦੀ। ਲੋਕਾਂ ਦੇ ਸਾਹਮਣੇ ਨਹੀਂ ਆਉਂਦੀ ਕਿਉਂਕਿ ਸਟੇਟਮੈਂਟ ਨਹੀਂ ਗਏ। ਇਹ ਟੀਵੀ 'ਚ ਚੱਲਣ ਵਾਲਾ ਸ਼ੋਅ ਨਹੀਂ ਹੈਗਾ, ਨਾ ਡਰਾਮਾ ਹੈਗਾ ਕਿ ਲੋਕਾਂ ਨੂੰ ਪਤਾ ਲੱਗ ਰਿਹਾ ਹੋਵੇ। ਠੀਕ ਹੈ। ਇਹ ਇੰਟਰਨਲ ਕੋਰਸਪੋਂਡੈਂਸ ਜਿਹੜੇ ਡਾਕੂਮੈਂਟ ਮੈਂ ਪੜ੍ਹੇ ਨੇ, ਠੀਕ ਹੈ ਖਾਨ ਸਾਹਿਬ, ਉਹ ਬੜੀ ਇੱਕ ਅਜੀਬੋ ਜਿਹਨੂੰ ਸਟ੍ਰੇਂਜ ਡਿਵੈਲਪਮੈਂਟ ਕਹਿੰਦੇ ਨੇ।
ਬਹੁਤ ਸਾਰੇ ਲੈਟਰ ਹੈਗੇ ਨੇ ਜਿਹੜੇ ਇੰਟਰਨਲ ਕੋਰਸਪੋਂਡੈਂਸ ਜਿਹਨੂੰ ਕਹਿੰਦੇ ਆ, ਇੱਕ ਅਫਸਰ ਦੂਸਰੇ ਅਫਸਰ ਨੂੰ ਲਿਖ ਰਿਹਾ, ਦੂਸਰਾ ਅਫਸਰ ਤੀਸਰੇ ਅਫਸਰ ਨੂੰ ਲਿਖ ਰਿਹਾ, ਠੀਕ ਹੈ ਨੈਬ ਦਾ। ਉਹਦੇ ਚਾਹੁੰਦੇ ਨੇ ਕਿ ਜਨਾਬ ਇਹਦੇ ਵਿੱਚ ਨਾ ਤੇ ਕੋਈ ਐਵੀਡੈਂਸ ਹੈਗਾ। ਇਹ ਦੇਖੋ ਨਾ, ਬੜੀ ਅਜੀਬ ਹੀ ਗੱਲ ਹੈਗੀ ਹੈ ਕਿ ਪਨਾਮਾ ਪੇਪਰ ਦੇ ਵਿੱਚ ਇੱਕ ਚੀਜ਼ ਐਕਸਪੋਜ਼ ਹੁੰਦੀ ਹੈ, ਹੁਣ ਤੁਸੀਂ ਉਹਨੂੰ ਪ੍ਰੋਬ ਕਰਨਾ ਹੈ। ਇਦਾਂ ਹੀ ਹੈ ਬਿਲਕੁਲ, ਠੀਕ ਹੈ ਨਾ। ਬਜਾਏ ਉਹਨੂੰ ਪ੍ਰੋਬ ਕਰਨ ਦੇ 46 ਦਿਨਾਂ ਬਾਅਦ, ਯਾਨੀ ਕਿ ਐਗਜ਼ੈਕਟਲੀ 46 ਦਿਨਾਂ ਬਾਅਦ ਨੈਬ ਦੇ ਵਿੱਚ ਆਉਂਦਾ ਹੈ ਕਿ ਨੋ ਐਵੀਡੈਂਸ, ਨੋ ਕੰਪਲੇਂਟ, ਔਰ ਨਾ ਹੀ ਕੋਈ ਇਨਵੈਸਟੀਗੇਸ਼ਨ ਹੋਈ ਹੈ। ਐਵੀਡੈਂਸ ਕੋਈ ਨਹੀਂ ਗਾ, ਕੰਪਲੇਂਟ ਕੋਈ ਨਹੀਂ ਗਈ, ਇਨਵੈਸਟੀਗੇਸ਼ਨ ਵੀ ਨਹੀਂ ਹੋਈ। ਔਰ ਇਹ ਕੇਸ ਵੀ ਐਵਨਫੀਲਡ ਦਾ ਕੇਸ ਵੀ 1999 ਦਾ ਪਿਆ ਹੈ, 1999 ਦਾ। 99 ਹੁਣ ਤੁਸੀਂ ਦੇਖੋ 1999 ਤੇ 2016 17 ਸਾਲ ਬਾਅਦ ਨੈਬ ਦੀ ਇੰਟਰਨਲ ਕੋਰਸਪੋਂਡੈਂਸ ਕੀ ਕਹਿੰਦੀ ਹੈ ਕਿ ਕੰਪਲੇਂਟ ਕੋਈ ਨਹੀਂ ਗਈ ਐਵਨਫੀਲਡ ਲੰਡਨ ਦੇ ਫਲੈਟਸ ਦੇ ਬਾਰੇ ਚ, ਇਨਵੈਸਟੀਗੇਸ਼ਨ ਕੋਈ ਨਹੀਂ ਹੈ, ਇਨਵੈਸਟੀਗੇਸ਼ਨ ਕੋਈ ਨਹੀਂ ਹੋਈ, ਐਵੀਡੈਂਸ ਕੋਈ ਨਹੀਂ ਹੋਇਆ। ਇਹ ਮਤਲਬ ਕਿ ਅਜੀਬ ਹੀ ਗੱਲ ਹੈ ਕਿ 17 ਸਾਲ ਤੋਂ ਫਿਰ ਕਾਹਦੇ ਵਾਸਤੇ ਰੱਖੀ ਸੀ ਇਨਕੁਆਇਰੀ? ਟਰੱਕ ਦੀ ਬੱਤੀ ਪਿੱਛੇ ਲਾਇਆ ਸੀ 17 ਸਾਲ ਬਾਅਦ। ਵੈਰੀ ਗੁੱਡ। ਤੁਸੀਂ ਆਪਣੇ ਕੋਲ 17 ਸਾਲ ਤੋਂ ਤੁਹਾਡੀ ਕੋਲ ਇਨਕੁਆਇਰੀ ਹੈਗੀ, ਕੋਈ ਇੰਪਰੂਵਮੈਂਟ ਹੁੰਦੀ, ਕੋਈ ਮੂਵਮੈਂਟ ਹੁੰਦੀ, ਜਾਂ ਚਲੋ ਜਿਵੇਂ 12 ਇਨਕੁਆਇਰੀਜ਼ ਕਲੋਜ਼ ਕੀਤੀਆਂ, ਐਸ ਇਨਕੁਆਇਰੀਜ਼ ਦੇ ਬਾਰੇ 'ਚ ਵੀ ਕਹਿੰਦੇ ਕਿ ਜਨਾਬ ਕਲੋਜ਼ਡ ਹੈ, ਸਾਡੇ ਕੋਲ ਐਵੀਡੈਂਸ ਹੀ ਕੋਈ ਨਹੀਂ, ਐਵੀਡੈਂਸ ਨਹੀਂ ਹੈਗਾ ਤੇ ਕਲੋਜ਼ ਕਰ ਦਿੰਦੇ। ਕਲੋਜ਼ ਨਵਾਂ ਸ਼ੋਸ਼ਾ ਛੋੜਨ ਦੀ ਕੀ ਲੋੜ ਸੀ? ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਮੈਂ ਆਪਣੇ ਕਿਤਾਬ ਵਿੱਚ ਕਹੀਆਂ ਨੇ। ਕੋਰਸਪੋਂਡੈਂਸ ਕਿ ਕਿਹੜਾ ਅਫਸਰ ਸੀ ਨੈਬ ਦਾ, ਉਹ ਦੂਸਰੇ ਅਫਸਰ ਨੂੰ ਲਿਖ ਰਿਹਾ ਸੀ ਕਿ ਇਸ ਕੇਸ ਵਿੱਚ ਕੀ ਹੈਗਾ। ਔਰ ਐਸੇ ਕੇਸ ਦੇ ਦੌਰਾਨ 2005 ਦੇ ਵਿੱਚ ਜਨਰਲ ਪਰਵੇਜ਼ ਮੁਸ਼ਰਫ ਮਰਹੂਮ ਦੇ ਵੱਲੋਂ ਆਰਡਰ ਆਉਂਦਾ ਹੈ ਨੈਬ ਨੂੰ ਕਿ ਸ਼ਰੀਫ ਖਾਨਦਾਨ ਦੇ ਖਿਲਾਫ ਜਿੰਨੀਆਂ ਵੀ ਇਨਕੁਆਇਰੀਆਂ ਹੈਗੀਆਂ ਨਾ, ਉਹਨਾਂ ਨੂੰ ਪੈਂਡਿੰਗ ਕਰ ਦਿਓ। ਇਹ 2005 ਦੇ ਵਿੱਚ। ਵੈਰੀ ਗੁੱਡ। ਮੈਨੂੰ ਨਹੀਂ ਪਤਾ ਲੱਗਾ ਕਿ 2005 ਵਿੱਚ ਕੀ ਹੋਇਆ ਸੀ। ਜਾਂ ਤੇ ਇਹ ਜਨਰਲ ਪਰਵੇਜ਼ ਮੁਸ਼ਰਫ ਦੀ ਹਕੂਮਤ, ਮਰਹੂਮ ਦੀ ਹਕੂਮਤ, ਉਹਨੂੰ ਪਤਾ ਹੋਏਗਾ, ਜਾਂ ਨੈਬ ਨੂੰ ਪਤਾ ਹੋਏਗਾ ਕਿ ਇਹ ਇਨਕੁਆਇਰੀਜ਼ ਪੈਂਡਿੰਗ ਕਿਉਂ ਕੀਤੀਆਂ ਗਈਆਂ, ਜਿਹਦੇ ਵਿੱਚ ਐਵਨਫੀਲਡ ਬੜੀ ਇੰਪੋਰਟੈਂਟ ਹੈਗੀ ਸੀ, ਉਹਨੂੰ ਪੈਂਡਿੰਗ ਕਿਉਂ ਰੱਖਿਆ ਗਿਆ? ਕੋਈ ਨਾ ਕੋਈ ਤਾਂ ਵਜ੍ਹਾ ਹੋਏਗੀ ਨਾ। ਲੇਕਿਨ ਉਹਦੇ ਵਿੱਚ ਜਿਹੜੇ ਡਾਕੂਮੈਂਟ ਮੈਂ ਪੜ੍ਹੇ ਨੇ, ਉਹਦੇ 'ਚ ਵਜ੍ਹਾ ਨਜ਼ਰ ਨਹੀਂ ਆਈ, ਸਿਰਫ ਇਹ ਆਇਆ ਕਿ ਇਹਨਾਂ ਨੂੰ ਪੈਂਡਿੰਗ ਕਰਤਾ ਜਾਵੇ। ਖਾਨ ਸਾਹਿਬ, ਇਹੀ ਤੇ ਤਸ਼ਵੀਸ਼ ਹੁਣ ਇੱਥੇ ਇਹ ਵੇ ਕਿ ਪੈਂਡਿੰਗ ਕਰਨ ਦੀ ਵਜ੍ਹਾ ਹੁੰਦੀ ਕੋਈ ਨਾ ਕੋਈ। ਅੱਛਾ, ਇਹ ਵੀ ਨੈਬ ਕੋ ਪੁੱਛੋ, ਇਹ ਵੀ ਨੈਬ ਕੋ ਪੁੱਛੋ ਹਰ ਚੀਜ਼ ਨੇ, ਕਿਉਂਕਿ ਨੈਬ ਕਰਦੀ ਵੀ ਮੈਂ ਨਹੀਂ ਕਰਦਾ ਪਿਆ ਯਾਰ। ਹਾਂ, ਮੈਂ ਕਰਦਾ ਹੋਵਾਂ ਨਾ ਤੇ ਮੈਨੂੰ ਪੁੱਛੋ ਕਿ ਖਾਨ ਸਾਹਿਬ ਇਹ ਕੀ ਕੀਤਾ ਜੀ। ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਹੈਗੀ ਨਾ ਬੜੀ ਇੰਪੋਰਟੈਂਟ, ਉਹ ਹੈਗੀ ਏ MLA, ਮਿਊਚੁਅਲ ਲੀਗਲ ਅਸਿਸਟੈਂਸ। ਓਕੇ। ਇਹ ਮਿਊਚੁਅਲ ਲੀਗਲ ਅਸਿਸਟੈਂਸ ਜਿਹੜੀ ਚੈੱਕ ਲਿਸਟ ਹੁੰਦੀ ਹੈ ਨਾ, ਜਦੋਂ ਪਾਕਿਸਤਾਨੀ ਗਵਰਨਮੈਂਟ ਕੋਈ ਇਨਕੁਆਇਰੀ ਕਰ ਰਹੀ ਹੈ, ਕੋਈ ਇਨਵੈਸਟੀਗੇਸ਼ਨ ਕਰ ਰਹੀ ਹੈ, ਇਹਨੂੰ ਕਿਸੇ ਹੋਰ ਮੁਲਕ ਦੀ ਲੋੜ ਪੈ ਗਈ, ਉਹਦੀ ਮਦਦ ਦੀ ਲੋੜ ਪੈ ਗਈ, ਠੀਕ ਹੈ, ਉਹਦੇ ਕਿਸੇ ਤਹਿਕੀਕਾਤੀ ਇਦਾਰੇ ਦੀ ਮਦਦ ਦੀ ਲੋੜ ਪੈ ਗਈ, ਠੀਕ ਹੈ, ਇਹਨੂੰ ਕਹਿੰਦੇ ਨੇ ਮਿਊਚੁਅਲ ਲੀਗਲ ਅਸਿਸਟੈਂਸ। ਠੀਕ ਹੈ। ਉਹ ਮਿਊਚੁਅਲ ਲੀਗਲ ਅਸਿਸਟੈਂਸ ਇੱਕ ਗੱਲ ਹਮੇਸ਼ਾ ਵਾਸਤੇ ਜ਼ੇਨ ਹੀ ਰੱਖ ਦਿਓ, ਅਗਰ ਤੁਹਾਨੂੰ ਨੈਬ ਵੱਲੋਂ ਜਾਂ FIA ਵੱਲੋਂ ਇਹ ਗੱਲ ਆਵੇ ਨਾ कि जी म्यूचुअल लीगल असिस्टेंस के तहत हमने फलाने मुल्क को या फलाने मुल्क दे तहकीकाती इदारे नूं, एंटी करप्शन एजेंसी नूं खत लिखिया है कि सानू ये चाहिए, तुहाडा काम है हसना। क्यों? मोर दैन 90% उतों जवाब नहीं आंदा। क्यों? म्यूचुअल लीगल असिस्टेंस अगर वो तय तक जाओ कि चीज़ होंदी की है, ਉਹਦੇ 'ਚ ਅਸੀਂ ਬੜੇ ਵੀਕੈਸਟ ਸਪੌਟ 'ਤੇ ਖਲੋਤੇ ਹਾਂ। ਸਾਡੇ ਤੋਂ ਸਟਰੋਂਗ ਪੁਆਇੰਟ 'ਤੇ ਇੰਡੀਆ ਖਲੋਤਾ ਹੈ। ਵੈਰੀ ਗੁੱਡ। ਇੰਡੀਆ ਦਾ ਬਹੁਤ ਸਾਰੇ ਮੁਲਕਾਂ ਦੇ ਨਾਲ ਮਿਊਚੁਅਲ ਲੀਗਲ ਅਸਿਸਟੈਂਸ ਦੇ ਤਹਿਤ ਇੰਡੀਆ ਨੂੰ ਰਿਸਪੌਂਸ ਮਿਲ ਜਾਂਦਾ, ਸਾਨੂੰ ਨਹੀਂ ਮਿਲਦਾ। ਠੀਕ ਹੈ। ਸਾਡੇ 'ਤੇ ਇਤਬਾਰ ਨਹੀਂ ਕਰਦੇ ਮੇਰੇ ਖਿਆਲ 'ਚ। ਮੂੰਹ ਨਹੀਂ ਲਾਉਂਦੇ ਸਾਨੂੰ। ਨਹੀਂ, ਮੇਰੇ ਖਿਆਲ 'ਚ ਜੋ ਇਤਬਾਰ ਹੀ ਨਹੀਂ ਕਰਦੇ, ਨਾ ਨੈਬ 'ਤੇ ਇਤਬਾਰ ਕਰਦੇ ਨੇ, ਨਾ ਸਾਡੇ 'ਤੇ ਇਤਬਾਰ ਕਰਦੇ ਨੇ। ਖਾਨ ਸਾਹਿਬ ਵੇਖੋ ਕਿੰਨੀ ਪਸਤੀ 'ਚ ਆਪਾਂ ਡਿੱਗ ਗਏ ਹਾਂ। ਦੇਖੋ ਨਾ, ਬਰੀਕੀਆਂ ਹੈਗੀਆਂ, ਇਹ ਤੇ ਕੋਈ ਗੌਰ ਨਹੀਂ ਕਰਦਾ। ਉਂਝ ਆਪਸ ਵਿੱਚ ਇੱਕ ਦੂਜੇ ਦੀ ਅਸੀਂ ਤੈਸੀ ਲਾਣ ਤਾਨ ਕਰ ਰਹੇ ਹਾਂ। ਗੌਰ ਕਰਨਾ, ਯਾਰ ਦੋਸਤ ਕੋ 20 ਰੁਪਏ ਮੰਗ ਲਓ ਜਾਂ 200-250 ਰੁਪਏ ਮੰਗ ਲਓ, ਉਹ ਵੀ ਨਹੀਂ ਦਿੰਦਾ। ਤੇ ਪਾਕਿਸਤਾਨ ਦੀ ਹੁਕੂਮਤ ਤੇ ਇਦਾਰਿਆਂ ਦਾ ਵੀ ਹਾਲ ਇਦਾਂ ਦਾ ਹੀ ਹੈ, ਬਾਹਰੋਂ ਕੁਝ ਵੀ ਮੰਗ ਲਓ ਨਾ, ਮਦਦ ਵੀ ਮੰਗ ਲਓ, तो अंदर है अल्लाह हाफिज। ਖਾਨ ਸਾਹਿਬ, ਅੱਛਾ, ਇਹਦੇ 'ਚ ਇੱਕ ਐਵਨਫੀਲਡ ਦੇ ਲੰਡਨ ਦੇ ਫਲੈਟਸ ਦੇ ਵਿੱਚ ਇੱਕ ਹੋਰ ਚੀਜ਼ ਮੈਂ ਕਿਤਾਬ ਹੀ ਕੀਤੀ, ਬਹੁਤ ਸਾਰੀ ਕੀਤੀਆਂ ਉਹਦੇ ਤੇ ਤਾਂ ਪੂਰਾ ਹਾਂ। ਲੇਕਿਨ ਇੱਕ ਇੰਪੋਰਟੈਂਟ ਹੈਗੀ ਹੈ ਕਿ ਇੱਕ ਹੁੰਦਾ IO, ਇਨਵੈਸਟੀਗੇਟਿੰਗ ਆਫਿਸਰ।
ਰਿਪੀਟਡਲੀ ਚੇਂਜ ਹੁੰਦੇ ਰਹੇ। ਐਵਨ ਫੀਲਡ ਲੰਡਨ ਫਲੈਟ ਦੇ ਜਿਹੜੇ ਕੇਸ ਹੈਗੇ ਸਨ, ਇਨਕੁਆਇਰੀ ਕੀ ਸੀ ਜਿਹੜੀ, ਰਿਪੀਟਡਲੀ ਆਈਓ ਚੇਂਜ ਹੁੰਦਾ ਰਿਹਾ। ਠੀਕ ਹੈ। ਅੱਛਾ, ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਗਾ ਆਈਓ ਦੇ ਚੇਂਜ ਹੁੰਦਾ ਜਾਂ ਨਾ ਚੇਂਜ ਹੁੰਦਾ, ਲੇਕਿਨ ਅਗਰ ਤੁਸੀਂ ਰਿਪੀਟਡਲੀ ਚੇਂਜ ਕਰੋਗੇ ਨਾ, ਇੰਜ ਲੱਗੇਗਾ ਕਿ ਤੁਸੀਂ 4 ਮਹੀਨੇ ਵਾਸਤੇ ਅਰਮ ਨੂੰ ਕੀਤਾ। ਅਰਮ ਆਈਓ ਹੈਗਾ, ਬਾਏ ਦਾ ਟਾਈਮ ਅਰਮ ਅੰਡਰਸਟੈਂਡਿੰਗ ਪੈਦਾ ਕਰੇਗਾ, ਇਨਕੁਆਇਰੀ ਕਰ ਰਿਹਾ ਹੋਗਾ, ਉਹਨੂੰ ਪੂਰੀ ਅੰਡਰਸਟੈਂਡਿੰਗ ਡਿਵੈਲਪ ਹੋਣਾ ਸ਼ੁਰੂ ਹੋਏਗੀ, ਤੇ ਸਤਾਰ ਖਾਨ ਨੂੰ ਤੁਸੀਂ ਲਾਤਾ ਆਈਓ। ਹੁਣ ਅਗਲੇ 4 ਮਹੀਨੇ, 2 ਮਹੀਨੇ, 1 ਮਹੀਨਾ, 15 ਦਿਨ ਸਤਾਰ ਖਾਨ ਲਾਏਗਾ। ਉਹਦੇ ਬਾਅਦ ਆ ਗਿਆ ਹੁਣ ਇਹਦੇ ਵਿੱਚ ਕੋਈ ਕਹਾਣੀ ਹੋਏਗੀ ਕਿ ਆਈਓ ਕਿਉਂ ਬਦਲਦੇ ਰਹੇ। ਖਾਨ ਸਾਹਿਬ, ਇੱਕ ਬੰਦਾ ਇਨਵੈਸਟੀਗੇਸ਼ਨ ਜਦੋਂ ਕਰਦਾ, ਉਹ ਐਸੀ ਵਾਸਤੇ ਕਿ ਬਈ ਇਨਵੈਸਟੀਗੇਸ਼ਨ ਇਸ ਵਾਸਤੇ ਨਹੀਂ ਹੋਈ ਕਿ ਜੀ ਬੰਦਾ ਚੇਂਜ ਹੋਈ ਜਾ ਰਿਹਾ। ਯਾਰ ਇਹਦੇ 'ਚ ਨਹੀਂ ਹੁੰਦਾ ਕੋਈ ਹਾਰਡ ਐਂਡ ਫਾਸਟ ਵੀ ਰੂਲ ਨਹੀਂ ਗਾ। ਮੈਂ ਵੀ ਕਹਾਂ ਚੇਂਜ ਹੁੰਦੇ ਰਹਿੰਦੇ ਨੇ। ਕਈ ਇਨਕੁਆਇਰੀਜ਼ ਮੈਂ ਦੇਖੀਆਂ ਨਾ ਜਿਹਦੇ 'ਚ ਆਈਓ ਚੇਂਜ ਹੋਇਆ, ਅਨਸਰਟਨਿਟੀ ਨਹੀਂ ਹੁੰਦੀ, ਇੱਥੇ ਅਨਸਰਟਨਿਟੀ ਸੀ। ਇਹ ਐਵਨ ਫੀਲਡ ਕੇਸ ਲੰਡਨ, ਔਰ ਇਹ ਕੇਸ ਉਹ ਕੇਸ ਹੈਗਾ ਸੀ ਜਿਹੜਾ ਪਨਾਮਾ ਪੇਪਰ ਦੀ ਸੂਰਤ ਵਿੱਚ ਮੁਖਤਲਿਫ ਮਰਾਹਿਲ ਤੋਂ ਲੰਘ ਕੇ ਸੁਪਰੀਮ ਕੋਰਟ ਤੱਕ ਗਿਆ, ਇਤਸਾਬ ਅਦਾਲਤ ਤੱਕ ਗਿਆ। ਨਵਾਜ਼ ਸ਼ਰੀਫ ਨੂੰ ਆਪਣੀ ਵਜ਼ਾਰਤ ਉਜ਼ਮਾ ਦੇ ਨਾਲ ਹੱਥ ਧੋਣਾ ਪਿਆ, ਅੰਦਰ ਹੋਣਾ ਪਿਆ। ਉਹਨਾਂ ਨੂੰ ਸਜ਼ਾ ਵੀ ਹੋਈ, ਔਰ ਉਹ ਵੀ ਗਲਤ ਸਜ਼ਾ ਸੀ। ਉਹ ਵੀ ਗਲਤ ਸਜ਼ਾ ਕਿਉਂ ਸੀ? ਇਹ ਉਹ ਲੋਕ ਜਿਹੜੀ ਇਨਕੁਆਇਰੀਜ਼ ਇਨਵੈਸਟੀਗੇਸ਼ਨ ਨੂੰ ਸਮਝਦੇ ਨੇ, ਜਾਣਦੇ ਨੇ। ਇਹੋ ਹੀ ਕੋਈ ਚੀਜ਼ ਹੋਵੇ ਨਾ ਜਿਹਦੇ 'ਚ ਆਫਸ਼ੋਰ ਕੰਪਨੀਜ਼ ਦੇ ਤਹਿਤ ਤੁਸੀਂ ਬਾਹਰ ਦੇ ਕਿਸੇ ਮੁਲਕ ਵਿੱਚ ਕੋਈ ਪ੍ਰਾਪਰਟੀ ਖਰੀਦੀ ਹੈ, ਮਨੀ ਟ੍ਰੇਲ ਤੁਹਾਨੂੰ ਦੇਣੀ ਪਏਗੀ। ਇਨਵੈਸਟੀਗੇਸ਼ਨ ਏਜੰਸੀ ਨੂੰ ਮਨੀ ਟ੍ਰੇਲ ਦੇਣੀ ਪੈਂਦੀ। ਮਨੀ ਟ੍ਰੇਲ ਕੀ ਹੁੰਦੀ? ਮਨੀ ਟ੍ਰੇਲ ਇਹ ਹੁੰਦੀ ਹੈ ਕਿ ਇਸ ਮੁਲਕ ਵਿੱਚ ਕੌਮੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਣਾ। ਇਸ ਮੁਲਕ ਦੀ ਜਦੋਂ ਤੂੰ ਸਦਰ ਹੈਗਾ ਸਾਂ ਜਾਂ ਜਦੋਂ ਤੂੰ ਵਜ਼ੀਰ ਆਜ਼ਮ ਹੈਗਾ ਸਾਂ, ਫਲਾਣਾ ਪ੍ਰੋਜੈਕਟ ਹੈਗਾ ਸੀ ਬਿਲੀਅਨ ਦਾ, ਜਿਹਦੇ ਲੋਕਾਂ ਦੇ ਪੈਸੇ ਲੱਗੇ ਹੋਏ ਸਨ, ਠੀਕ, ਕੌਮੀ ਖਜ਼ਾਨਾ ਉਹਨੂੰ ਕਹਿੰਦੇ ਨਾ। ਇੱਥੋਂ ਤੁਸੀਂ ਦਿਹਾੜੀ ਲਾਈ ਹੈ, ਫਿਰ ਇਹ ਪੈਸਾ ਇਸ ਤਰੀਕੇ ਨਾਲ ਬਾਹਰ ਗਿਆ, ਔਰ ਫਿਰ ਜਾ ਕੇ ਤੁਸੀਂ ਇਹ ਪ੍ਰਾਪਰਟੀ ਖਰੀਦੀ ਹੈ। ਮਨੀ ਟ੍ਰੇਲ ਹੈ ਹੀ ਨਹੀਂ ਸੀ ਉਹਦੀ। ਔਰ ਮੈਂ JIT ਦਾ ਸਪੋਰਟਿੰਗ ਸਟਾਫ ਜਿਹੜਾ ਸੀ ਨਾ, ਇਹ ਵੀ ਲੋਕਾਂ ਨੂੰ ਨਹੀਂ ਪਤਾ ਕਿ JIT ਦਾ ਇੱਕ ਸਪੋਰਟਿੰਗ ਸਟਾਫ ਵੀ ਹੈਗਾ ਸੀ। ਅੱਛਾ, ਇੰਪੋਰਟੈਂਟ ਕੰਮ ਉਹੀ ਕਰ ਰਿਹਾ ਸੀ। ਉਹਨਾਂ ਦੇ ਬੰਦਿਆਂ ਦੇ ਨਾਲ, ਕੁਛ ਦੇ ਨਾਲ ਮੇਰੀ ਬੜੀ ਪੁਰਾਣੀ ਹੈ ਸੀ ਸਲੈਕ। ਮੈਂ ਉਹਨਾਂ ਨੂੰ ਬਾਰ-ਬਾਰ ਪੁੱਛਣਾ ਸਾਂ ਕਿ ਡੂ ਯੂ ਹੈਵ ਦੀ ਮਨੀ ਟ੍ਰੇਲ ਆਫ ਐਵਨ ਫੀਲਡ ਲੰਡਨ ਫਲੈਟਸ? ਉਹਨੂੰ ਪਤਾ ਖਾਨ ਕੀ ਗੱਲ ਕਰਦਾ ਪਿਆ। ਮੈਂ ਕਿਹਾ ਤੁਹਾਡੇ ਕੋਲ ਮਨੀ ਟ੍ਰੇਲ ਨਹੀਂ ਹੈਗੀ, ਇਹਨੂੰ ਸਜ਼ਾ ਕਿਸ ਤਰ੍ਹਾਂ ਹੋਏਗੀ ਨਵਾਜ਼ ਸ਼ਰੀਫ ਨੂੰ? ਕਿਉਂਕਿ ਅਦਾਲਤ ਦੀ ਮਨੀ ਟ੍ਰੇਲ ਤੋਂ ਬਗੈਰ ਤੁਸੀਂ ਆਫਸ਼ੋਰ ਦੇ ਹਵਾਲੇ ਦੇ ਨਾਲ ਤੁਸੀਂ ਨਹੀਂ ਕਰ ਸਕਦੇ। ਮਤਲਬ ਕਿ ਖਾਨ ਸਾਹਿਬ ਜਿਹੜੀ ਇਹ ਫਿਰ ਸਜ਼ਾ ਉਹਦੇ 'ਚ ਨਹੀਂ ਨਾ ਹੋਈ ਸੀ। ਇਹ ਸਜ਼ਾ ਤਦੀ ਤੇ ਨਵਾਜ਼ ਸ਼ਰੀਫ ਨੂੰ ਮੌਕਾ ਮਿਲਿਆ, ਤੇ ਸ਼ਰੀਫ ਨੂਨ ਲੀਗ ਨੂੰ ਮੌਕਾ ਮਿਲਿਆ ਰੌਲਾ ਪਾਉਣ ਦਾ ਕਿ ਸਾਨੂੰ ਪਨਾਮਾ ਦੇ ਚੱਕਰ ਵਿੱਚ ਅੰਦਰ ਕੀਤਾ ਸੀ, ਅਕਾਮਾ ਦੇ ਚੱਕਰ ਹੀ ਸਾਨੂੰ ਬਾਹਰ ਕਰਤਾ। ਖਵਾਤਿਨ ਹਜ਼ਰਾਤ, ਬ੍ਰੇਕ ਦਾ ਟਾਈਮ ਹੋਇਆ, ਗੱਲਾਂ ਮਜ਼ੇਦਾਰ ਹੋ ਰਹੀਆਂ ਨੇ ਅੱਜ। ਮਤਲਬ ਕਿ ਉਹ ਸ਼ੈਵਾਂ ਖੁੱਲ੍ਹ ਰਹੀਆਂ ਨੇ ਜਿਹੜੀਆਂ ਮੈਂ ਕਦੇ ਪਹਿਲਾਂ ਸੁਣੀਆਂ ਵੀ ਨਹੀਂ ਸਨ। ਇਹੋ ਹੀ ਸੁਣੀਆਂ ਸੀ, ਲੰਡਨ ਦਾ ਵਕੂਆ ਹੋਇਆ, ਨਵਾਜ਼ ਸ਼ਰੀਫ ਸਾਹਿਬ ਨੂੰ ਵਿੱਚ ਤੁੰਨਤਾ, ਤੇ ਕਿਉਂ ਤੁੰਨਿਆ, ਕਿੱਦਾਂ ਤੁੰਨਿਆ, ਉਹ ਆ ਕੇ ਡਿਸਕਸ਼ਨ ਕਰ ਰਿਹਾ। ਮੈਂ ਛੱਡ ਗਿਆ, ਪਟ ਵਾਪਸ ਆਇਆ, ਬ੍ਰੇਕ ਲੈ ਲਾਂ, ਤੁਸੀਂ ਇੱਥੇ ਰਹਿਣਾ। ਵੈਲਕਮ ਬੈਕ ਜੀ ਆਇਆਂ ਨੂੰ। ਖਾਨ ਸਾਹਿਬ ਦੀ ਕਿਤਾਬ ਮੈਂ ਬ੍ਰੇਕ 'ਚ ਵੀ ਪੜ੍ਹਦਾ ਰਿਹਾ, ਮੈਂ ਹੁਣ ਵੀ ਪੜ੍ਹੀ ਜਾ ਰਿਹਾ, ਦ ਡਾਰਕ ਟਾਵਰ ਆਫ ਅਕਾਊਂਟੇਬਿਲਿਟੀ। ਗੱਲ ਹੋ ਰਹੀ ਹੈ ਕੁਛ ਨੈਬ ਦੀ। ਖਾਨ ਸਾਹਿਬ, ਆਵਾਮ ਨੂੰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਿਆਸਤਦਾਨਾਂ ਦੇ ਵਿੱਚ ਬਹੁਤ ਇੰਟਰਸਟ ਹੈ। ਇਹਨਾਂ ਨੂੰ ਸਿਆਸਤ 'ਚ ਇੰਟਰਸਟ ਨਹੀਂ ਹੈਗਾ, ਸਿਆਸਤਦਾਨਾਂ 'ਚ ਇੰਟਰਸਟ ਹੈਗਾ। ਮੈਨੂੰ ਇਹ ਦੱਸੋ ਕਿ ਨੈਬ ਦੇ ਵਿੱਚ ਸਿਆਸਤਦਾਨਾਂ 'ਤੇ ਕਾਫੀ ਇਨਕੁਆਇਰੀਜ਼ ਲੱਗੀਆਂ, ਠੀਕ ਹੈ, ਇਹ ਕਿੱਦਾਂ ਸਟਾਰਟ ਹੋਈਆਂ ਤੇ ਨੈਬ ਨੇ ਕੀ ਕੀਤਾ? ਮਤਲਬ ਕਿ ਇੱਕ ਐਂਟੀ ਕਰਪਸ਼ਨ ਦੀ ਪ੍ਰੋਪ ਸਟੇਜਿਸ ਹੁੰਦੀਆਂ ਨੇ ਐਂਟੀ ਕਰਪਸ਼ਨ ਏਜੰਸੀਜ਼ ਦੀਆਂ, ਹਾਊ ਦੇ ਫੋਲੋਡ, ਕਿੱਦਾਂ ਸਿਚੁਏਸ਼ਨ ਅੱਗੇ ਬੜੀ? ਇਹ ਦੇਖੋ, ਪਹਿਲੀ ਸਟੇਜ ਜਿਹੜੀ ਹੁੰਦੀ ਹੈ ਨਾ, ਅਸੀਂ ਸਿਆਸਤਦਾਨਾਂ ਦੀ ਗੱਲ ਕਿਉਂ ਕਰਾਂਗੇ? ਲੋਕਾਂ ਦਾ ਇੰਟਰਸਟ ਹੁੰਦਾ ਸਿਆਸਤਦਾਨਾਂ, ਇੱਦਾਂ ਹੀ ਹੈ ਬਿਲਕੁਲ। ਔਰ ਲੋਕਾਂ ਦਾ ਇੰਟਰਸਟ ਭਲਾ ਕਿਸ ਤਰ੍ਹਾਂ ਦਾ ਹੁੰਦਾ? ਉਹਨਾਂ ਦਾ ਜਿਹੜਾ ਮੁਖਾਲਫ ਸਿਆਸਤਦਾਨ ਜਿਹਨੂੰ ਪਸੰਦ ਨਹੀਂ ਨਾ ਕਰਦੇ, ਅਗਰ ਉਹ ਨੈਬ ਦੇ ਉਹਦੇ ਹੱਥੇ ਚੜ੍ਹ ਜਾਵੇ, ਉਹ ਪਹਿਲੇ ਹੀ ਰੌਲਾ ਪਾਉਣਾ, ਮਿਠਾਈ ਵੰਡਦੇ ਨੇ, ਖੁਸ਼ੀ ਮਿਠਾਈ ਵੰਡਦੇ ਨੇ। ਜੇ ਆਪਣਾ ਹੱਥੇ ਚੜ੍ਹ ਜਾਵੇ ਤੇ ਫਿਰ ਰੋਣਾ ਸ਼ੁਰੂ ਕਰ ਦਿੰਦੇ ਨੇ ਕਿ ਨੈਬ ਨੇ ਬੜਾ ਜ਼ਿਆਦਤੀ ਕੀਤੀ ਹੈ, ਫਲਾਣਾ ਕੀਤੀ। ਇਹ ਜਿਹੜੀ ਅੰਡਰਸਟੈਂਡਿੰਗ ਜਿਸ ਮੁਲਕ ਵਿੱਚ ਹੁੰਦੀ ਹੈ ਨਾ, ਉਸ ਮੁਲਕ ਵਿੱਚ ਕਦੀ ਉਹ ਮੁਲਕ ਤਰੱਕੀ ਨਹੀਂ ਕਰਦਾ। ਤੁਸੀਂ ਸਿਰਫ ਰੱਖਣਾ ਕਿ ਯਾਰ ਇਹ ਜਿਹੜੀ ਇਨਕੁਆਇਰੀ ਅਗਰ ਮੇਰੇ ਮੁਖਾਲਫ ਸਿਆਸਤਦਾਨ ਤੇ ਵੀ ਹੋਈ ਹੈ, ਜਿਹਨੂੰ ਮੈਂ ਪਸੰਦ ਨਹੀਂ ਕਰਦਾ, ਲੇਕਿਨ ਮੈਂ ਮੈਰਿਟ ਤੇ ਫੈਸਲਾ ਕਰਾਂਗਾ ਕਿ ਯਾਰ ਇਸ ਇਨਕੁਆਇਰੀ ਜਾਨ ਹੈ ਕਿ ਨਹੀਂ ਹੈ, ਇਹ ਇਨਕੁਆਇਰੀ ਮਜ਼ਬੂਤ ਹੈਗੀ ਹੈ ਜਾਂ ਜ਼ਈਫ ਹੈਗੀ ਹੈ। ਠੀਕ ਹੈ ਨਾ। ਇਹਦੇ ਵਿੱਚ ਹੁੰਦਾ
ਪਹਿਲੀ ਸਟੇਜ ਜਿਹੜੀ ਹੁੰਦੀ ਹੈ ਨਾ ਇਨਕੁਆਇਰੀ ਦੀ, ਉਹ ਹੁੰਦੀ ਹੈ ਜਦੋਂ ਕੰਪਲੇਂਟ ਲੌਜ ਹੁੰਦੀ ਹੈ। ਠੀਕ ਹੈ। ਉਹ ਕੰਪਲੇਂਟ ਮੈਂ ਵੀ ਕਰ ਸਕਦਾ, ਉਹ ਕੰਪਲੇਂਟ ਤੁਸੀਂ ਵੀ ਕਰ ਸਕਦੇ ਹੋ। ਠੀਕ ਹੈ। ਇੰਡੀਵਿਜੂਅਲ ਕਰ ਸਕਦਾ, ਪ੍ਰਾਈਵੇਟ ਪਾਰਟੀ ਕਰ ਸਕਦੀ ਹੈ, ਠੀਕ ਹੈ। ਸਰਕਾਰੀ ਮਹਿਕਮਾ ਕਰ ਸਕਦਾ ਹੈ, ਠੀਕ ਹੈ। ਸੋਰਸ ਰਿਪੋਰਟ ਹੋ ਸਕਦੀ ਹੈ। ਸੋ ਦੇਰ ਆਰ ਵੇਰੀਅਸ ਟਾਈਪ ਆਫ ਸੋਰਸਿਸ ਜਿੱਥੋਂ ਕਿ ਕੰਪਲੇਂਟ ਲੌਜ ਹੁੰਦੀ ਹੈ। ਠੀਕ ਹੈ ਖਾਨ ਸਾਹਿਬ। ਕੰਪਲੇਂਟ ਲੌਜ ਹੋਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਨਾ, ਉਹ ਕੰਪਲੇਂਟ ਵੈਰੀਫਿਕੇਸ਼ਨ ਪ੍ਰੋਸੈਸ ਹੁੰਦਾ। ਠੀਕ ਹੈ। ਕੰਪਲੇਂਟ ਵੈਰੀਫਿਕੇਸ਼ਨ ਪ੍ਰੋਸੈਸ ਦੇ ਵਿੱਚ ਕਮੇਟੀ ਬਣਦੀ ਹੈ ਨੈਬ ਦੀ, ਜਿਹੜਾ ਉਹਨੂੰ ਇਵੈਲੂਏਟ ਕਰਦੀ ਠੀਕ ਹੈ ਕਿ ਇਹ ਇਨਕੁਆਇਰੀ ਦੀ ਸਟੇਜ ਤੱਕ ਜਾਣ ਦੇ ਕਾਬਲ ਹੈ ਕਿ ਨਹੀਂ ਹੈ। ਇਹ ਫੈਸਲਾ ਹੁੰਦਾ। ਠੀਕ ਹੈ। ਅਗਰ ਉਹ ਇਨਕੁਆਇਰੀ ਦੀ ਸਟੇਜ ਤੇ ਜਾਣ ਦੇ ਕਾਬਲ ਹੈਗੀ ਤੇ ਫੈਸਲਾ ਹੋ ਜਾਂਦਾ ਕਿ ਇਨਕੁਆਇਰੀ ਸ਼ੁਰੂ ਕਰ ਦਿਓ। ਠੀਕ ਹੈ। ਅਗਰ ਨਹੀਂ ਤੇ ਉਹ ਕਹਿੰਦੇ ਨੇ ਕਿ ਸਾਡੀ ਜੂਰਿਸਡਿਕਸ਼ਨ ਤੋਂ ਬਾਹਰ ਹੈਗੀ ਹੈ ਜਾਂ ਨੋ ਫਰਦਰ ਐਕਸ਼ਨ। ਇਹ ਹੁੰਦਾ। ਇੱਥੇ ਜਿਹੜਾ ਮੈਂ ਪੋਲੀਟੀਸ਼ੀਅਨ ਦਾ ਕੀਤਾ ਨਾ, ਕਿ ਕਿਹੜਾ ਪੋਲੀਟੀਸ਼ੀਅਨ ਸੀ ਜਿਹਦੇ ਅਗੇਂਸਟ ਕਦੋਂ ਕੰਪਲੇਂਟ ਫਾਈਲ ਹੋਈ ਸੀ, ਠੀਕ ਹੈ, ਕਿੰਨੇ ਕੀਤੀ ਸੀ, ਉਹਦੇ ਵਿੱਚ ਚੰਦ ਹਫ਼ਤੇ ਜਾਂ ਚੰਦ ਮਹੀਨੇ ਲੱਗਣ ਦੀ ਬਜਾਏ ਨਾ 6 ਸਾਲ ਲੱਗ ਗਏ ਖਾਲੀ ਕੰਪਲੇਂਟ ਫਾਈਲ ਹੋਣ 'ਚ। ਕੰਪਲੇਂਟ ਵੈਰੀਫਿਕੇਸ਼ਨ ਪ੍ਰੋਸੈਸ ਇਹਦੇ ਵਿੱਚ 6 ਸਾਲ ਨੈਬ ਨੇ ਲਾਤੇ। ਇਹ ਪਹਿਲੀ ਸਟੇਜ ਹੈਗੀ ਕਿ ਕੰਪਲੇਂਟ ਆਈ ਹੈ, ਤੁਸੀਂ ਉਹਨੂੰ ਪ੍ਰੋਸੈਸ ਕਰਨਾ, ਉਹਦੀ ਵੈਲਿਊਏਸ਼ਨ ਕਰਨੀ ਹੈ ਤੇ ਫੈਸਲਾ ਕਰਨਾ ਇਨਕੁਆਇਰੀ ਸ਼ੁਰੂ ਕਰਨੀ ਜਾਂ ਨਹੀਂ ਕਰਨੀ। ਠੀਕ ਹੈ। ਔਰ ਤੇ 6 ਸਾਲ ਲੱਗ ਗਏ। ਸਾਡੇ ਕਈ ਪੋਲੀਟੀਸ਼ੀਅਨ ਹੈਗੇ ਨੇ ਔਰ ਹਰ ਜਮਾਤ ਦੇ ਨਾਲ ਉਹਨਾਂ ਦਾ ਤਾਲੁਕ ਹੈਗਾ। ਉਹ ਲਿਖਿਆ ਇੱਥੇ, ਮੈਂ ਉਹੀ ਪੜ੍ਹ ਰਿਹਾ। ਉਹਦੇ ਵਿੱਚ ਹੋਇਆ ਇੰਝ ਕਿ ਬੰਦਾ ਨੈਬ ਕੋ ਪੁੱਛੇ ਕਿ ਪ੍ਰੋਬਲਮ ਕੀ ਹੈਗੀ ਸੀ। ਇਹ ਵੈਰੀਫਿਕੇਸ਼ਨ ਜਿਹੜਾ ਕੰਪਲੇਂਟ ਵੈਰੀਫਿਕੇਸ਼ਨ ਪ੍ਰੋਸੈਸ ਹੈਗਾ, ਇਹਦੇ 'ਚ ਨਾ ਟਾਈਮ ਕਿਉਂ ਲੱਗਾ? ਦੁਨੀਆ 'ਚ ਕਿਸੇ ਐਂਟੀ ਕਰਪਸ਼ਨ ਏਜੰਸੀ ਇੰਨਾ ਨਹੀਂ ਲੱਗਦਾ। ਇਹ ਤੇ ਪਹਿਲੂ ਕੰਮ ਹੈ ਖਾਨ ਸਾਹਿਬ, ਦਸਤੀ ਵਾਲਾ। ਇਹ ਸਿਰਫ ਕੰਪਲੇਂਟ ਹੈਗੀ ਹੈ, ਤੁਸੀਂ ਕਿਉਂ ਲਾਇਆ? ਇਹਦਾ ਮਤਲਬ ਸਾਫ਼ ਜ਼ਾਹਿਰ ਹੈਗਾ। ਨੈਬ ਫੈਸਲਾ ਕਰਦੀ ਹੈ ਇਹਨੂੰ ਟਾਰਗੇਟ ਕਰਨਾ ਹੈ ਕਿ ਨਹੀਂ ਕਰਨਾ। ਤੇ ਜੇ 6 ਸਾਲ ਲੱਗ ਜਾਣ, 5 ਸਾਲ ਲੱਗ ਜਾਣ, 4 ਸਾਲ, 3 ਸਾਲ, 2 ਸਾਲ ਲੱਗ ਜਾਣ ਇੱਕ ਉਸ ਪ੍ਰੋਸੈਸ ਵਿੱਚ ਜਿਹੜਾ ਕਿ ਚੰਦ ਹਫ਼ਤੇ ਜਾਂ ਚੰਦ ਮਹੀਨੇ 'ਚ ਹੋਣਾ, ਤੇ ਇਹਦਾ ਮਤਲਬ ਹੈ ਕਿ ਉਹ ਕੋਈ ਫੈਸਲਾ ਕੁਝ ਹੋਰ ਕਰ ਰਹੇ ਹੁੰਦੇ ਨੇ ਕਿ ਇਹਨੂੰ ਟਾਰਗੇਟ ਕਰਨਾ ਹੈ ਕਿ ਨਹੀਂ ਕਰਨਾ। ਅਸਲ ਵਿੱਚ ਇਹ ਫੈਸਲਾ ਹੁੰਦਾ, ਇਹ ਫੈਸਲਾ ਉਹਨਾਂ ਨੇ ਕਰਨਾ ਹੁੰਦਾ ਕਿ ਇਹਨੂੰ ਟਾਰਗੇਟ ਕਰਨਾ ਹੈ ਕਿ ਨਹੀਂ ਕਰਨਾ। ਇਹ ਸਾਡੇ ਕਹਿਣ 'ਤੇ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਅਗਰ ਤੇ ਉਹ ਪੋਲੀਟੀਸ਼ੀਅਨ, ਉਹ ਸਿਆਸਤਦਾਨ ਉਹਨਾਂ ਦੇ ਕਹਿਣ 'ਤੇ ਚੱਲਦਾ ਪਿਆ ਤੇ ਫਿਰ ਉਹ ਭਾਵੇਂ 6 ਸਾਲ ਲਾ ਲੈਣ, ਲੇਕਿਨ ਉਹ ਕੰਪਲੇਂਟ ਨੂੰ ਇਨਕੁਆਇਰੀ 'ਚ ਨਹੀਂ ਭੇਜਣਗੇ। ਕਿਉਂਕਿ ਇਹ ਨੈਬ ਦਾ ਜਿਹੜੇ 12 ਇਨਕੁਆਇਰੀਜ਼ ਸ਼ਰੀਫ ਖਾਨਦਾਨ ਤੋਂ ਦੇ ਕਲੋਜ਼ ਹੋਣ ਤੋਂ ਪਹਿਲੇ ਕੀ ਹੋਇਆ ਸੀ, ਉਦੋਂ ਇੱਕ ਚੀਜ਼ ਬਣਦੀ ਪਈ ਸੀ, ਸਿਆਸੀ ਜਮਾਤ ਨੂੰ ਬਣਾਇਆ ਜਾ ਰਿਹਾ ਸੀ, ਕਾਫ ਲੀਗ ਜਿਹਨੂੰ ਕਹਿੰਦੇ ਨੇ। ਠੀਕ ਹੈ, ਹਾਂਜੀ, ਉਹ ਬਣਾਇਆ ਜਾ ਰਿਹਾ ਸੀ ਨਾ। ਬਿਲਕੁਲ ਬਣਾਇਆ ਜਾ ਰਿਹਾ ਹੁਣ ਹੈਗਾ ਸੀ ਕਿ ਇਲੈਕਸ਼ਨ ਹੋਣਗੇ ਤੇ ਕਾਫ ਲੀਗ ਜਿਹੜੀ ਹੋਏਗੀ ਨਾ, ਉਹਦੇ ਪਿੱਛੇ ਐਸਟੈਬਲਿਸ਼ਮੈਂਟ ਜਨਰਲ ਪਰਵੇਜ਼ ਮੁਸ਼ਰਫ ਮਰਹੂਮ ਤੇ ਫੌਜ ਖਲੋਤੀ ਹੋਏਗੀ। ਪਰਵੇਜ਼ ਇਲਾਹੀ ਦਾ ਵੀ ਨਾਮ ਹੈ। ਉਹਦੇ ਵਿੱਚ ਹੋਇਆ ਇੰਝ ਕਿ ਜਨਾਬ, ਇਹ ਫਿਰ ਕਿਸੇ ਵਕਤ ਮੈਂ ਇਹ ਕਹਾਂਗਾ ਕਿ ਕਾਫ ਲੀਗ ਦੇ ਬਹੁਤ ਸਾਰੇ ਐਸੇ ਲੋਕ ਸਨ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਹੋ ਚੁੱਕੀ ਹੋਈ ਸੀ ਨੈਬ ਵਿੱਚ। ਠੀਕ ਹੈ। ਔਰ ਕੰਪਲੇਂਟ ਕੋਈ ਪ੍ਰਾਈਵੇਟ ਬੰਦਾ, ਕੋਈ ਆਮ ਆਦਮੀ ਨਹੀਂ ਕਰ ਰਿਹਾ ਸੀ। ਉਹ ਜਿਹੜੀ ਮੈਨੂੰ ਇਨਫੋਰਮੇਸ਼ਨ ਹੈਗੀ, ਜਿਹੜੀ ਮੇਰੇ ਕੋਲ ਹੈਗੀ ਹੈ, ਉਹਦੇ 'ਚ ਬੈਂਕ ਵੀ ਹੈਗੇ ਸਨ। ਬੈਂਕ ਕੰਪਲੇਨੈਂਟ ਹੈਗਾ ਕਿ ਇਹ ਪੋਲੀਟੀਸ਼ੀਅਨ ਹੈਗਾ, ਆਪਣੇ ਦੌਰ 'ਚ ਇਹਨੇ ਉਹ ਕੀਤਾ। ਉਹਨਾਂ ਨੇ ਕੰਪਲੇਂਟ ਫਾਈਲ ਕੀਤੀ। ਹਾਂ ਸਾਹਿਬ, ਜਦੋਂ ਬੈਂਕ ਆ ਗਿਆ ਮੈਦਾਨ ਦੇ ਵਿੱਚ ਤੇ ਪਿੱਛੇ ਕੀ ਰਹਿ ਗਿਆ? ਉਹ ਭਾਈ ਕਾਫ ਲੀਗ ਵੀ ਤੇ ਬਣਾਣੀ ਸੀ ਨਾ, ਜਨਰਲ ਪਰਵੇਜ਼ ਮੁਸ਼ਰਫ ਮਰਹੂਮ ਨੇ। ਉਦੋਂ ਦੀ ਐਸਟੈਬਲਿਸ਼ਮੈਂਟ ਨੇ ਇੱਕ ਕਾਫ ਲੀਗ ਬਣਾਉਣੀ ਸੀ ਤੇ ਜਿਹਦੇ ਵਾਸਤੇ ਉਹਨਾਂ ਨੇ ਇਹ ਕੀਤਾ ਹੋਇਆ ਸੀ। ਉਹਦੇ ਵਿੱਚ ਹੋਇਆ ਇੰਝ ਕਿ ਐਸੇ ਵੀ ਲੋਕ ਵੀ ਆਏ। ਹੁਣ ਨਾ ਕਿਸੇ ਦਾ ਨਹੀਂ ਲੈਣਾ, ਕਿਤਾਬ ਵੀ ਮੈਂ ਦੇ ਚੁੱਕਿਆ, ਲੇਕਿਨ ਬਹੁਤ ਸਾਰਿਆਂ ਦੇ ਨਾਮ ਮੈਂ ਅਗਲੀ ਕਿਤਾਬ ਹੀ ਦਾਂਗਾ। ਉਹਦੇ 'ਚ ਹੋਇਆ ਇੰਝ, ਕਾਫ ਲੀਗ ਦੇ 2 ਬੰਦੇ, ਇੱਕ ਜਨਰਲ ਪਰਵੇਜ਼ ਮੁਸ਼ਰਫ ਮਰਹੂਮ ਦੇ ਦੌਰ ਵਿੱਚ ਹੀ ਐਕਟਿੰਗ ਵਜ਼ੀਰ ਆਜ਼ਮ ਲੱਗਾ, ਔਰ ਇੱਕ ਜਨਰਲ ਪਰਵੇਜ਼ ਮੁਸ਼ਰਫ ਮਰਹੂਮ ਦੇ ਦੌਰ ਵਿੱਚ ਪੰਜਾਬ ਦਾ ਚੀਫ ਮਿਨਿਸਟਰ ਲੱਗਾ, ਜਿਨ੍ਹਾਂ ਦੇ ਖਿਲਾਫ ਬੈਂਕਾਂ ਨੇ ਕੰਪਲੇਂਟ ਕੀਤੀ ਸੀ ਨੈਬ ਨੂੰ। ਔਰ ਇਹਨਾਂ ਨੇ ਚੂੰਕਿ ਕਾਫ ਲੀਗ ਬਣਾਉਣੀ ਸੀ, ਇਹਨਾਂ ਨੇ ਇਹ ਕਰਤਾ। ਉਹਦੇ ਵਿੱਚ ਹੀ ਇੱਕ ਹੋਰ ਬਹੁਤ ਵੱਡਾ ਸਕੂਲ ਸਿਸਟਮ ਹੈਗਾ ਪਾਕਿਸਤਾਨ ਦਾ, ਬਹੁਤ ਵੱਡਾ, ਉਹ ਵੀ ਕਾਫ ਲੀਗ ਹੀ ਚਲੇ ਗਏ ਸਨ। ਉਹਨਾਂ ਦੇ ਖਿਲਾਫ ਵੀ ਕੰਪਲੇਂਟ
ਕੰਪਲੇਂਟ ਕੀ ਸੀ, ਨੈਬ ਇਨਕੁਆਇਰੀ ਕਰਦੀ ਪਈ ਸੀ, ਉਹ ਸਕੂਲ ਸਿਸਟਮ ਬੰਦ ਹੋ ਜਾਂਦਾ। ਲੇਕਿਨ ਚੂੰਕਿ ਉਹਨਾਂ ਨੇ ਵੀ ਕਾਫ ਲੀਗ ਹੀ ਜਾਣਾ ਸੀ, ਉਹ ਵੀ ਕਾਫ ਲੀਗ 'ਚ ਗਏ ਤੇ ਫਿਰ ਜਨਰਲ ਪਰਵੇਜ਼ ਮੁਸ਼ਰਫ ਦੇ ਦੌਰ 'ਚ ਵਜ਼ੀਰ ਖਾਰਜਾ ਬਣ ਗਿਆ। ਅਬ ਜਦੋਂ ਤੁਸੀਂ ਇਹ ਦੇਖੋ ਕਿ ਨੈਬ ਜਿਹੜੀ ਹੈ ਯਾਰ ਉਹ ਮੈਂ ਬਤਾ ਰਿਹਾ 1999 'ਚ ਬਣੀ। ਮੈਂ 2000 ਤੇ 2001 ਦੀ ਗੱਲ ਕਰਨਾ ਪਿਆ ਕਿ ਜਿਹਦੇ ਵਿੱਚ ਇਹ ਚੀਜ਼ਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਕਿ ਨੈਬ ਦਾ ਮਕਸਦ ਕੋਈ ਇਨਕੁਆਇਰੀ ਇਨਵੈਸਟੀਗੇਸ਼ਨ ਜਾਂ ਇਤਸਾਬ ਕਰਨਾ ਨਹੀਂ ਗਾ, ਇਹ ਟਾਰਗੇਟ ਹੈਗਾ। ਇਹਨਾਂ ਨੇ ਟਾਰਗੇਟ ਕੀਤਾ ਹੁੰਦਾ ਆਪਣੀ ਮਰਜ਼ੀ ਦਾ ਬੰਦਾ ਬਚਾ ਲਓ, ਜਿਹੜਾ ਆਪਣੇ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਕਾਫ ਲੀਗ ਹੀ ਸ਼ਾਮਲ ਕਰਨਾ ਹੈ, ਉਹਨਾਂ ਦੀ ਕੰਪਲੇਂਟ ਨੂੰ ਤੁਸੀਂ ਐਂਟਰਟੇਨ ਹੀ ਨਹੀਂ ਕੀਤਾ। ਉਹਨਾਂ ਦੇ ਖਿਲਾਫ ਕੰਪਲੇਂਟ ਨੈਬ ਦੇ ਵਿੱਚ ਕੰਪਲੇਂਟ ਹੈਗੀਆਂ, ਐਂਟਰਟੇਨ ਹੀ ਨਹੀਂ ਕੀਤਾ। ਉਹ ਵਾਈਜ ਐਕਟਿੰਗ ਵਜ਼ੀਰ ਆਜ਼ਮ ਲੱਗ ਗਏ, ਵਜ਼ੀਰ ਆਲਾ ਪੰਜਾਬ ਲੱਗ ਗਏ, ਵਜ਼ੀਰ ਖਾਰਜਾ ਪਾਕਿਸਤਾਨ ਲੱਗ ਗਏ। ਔਰ ਇਸ ਤਰ੍ਹਾਂ ਵੀ ਹੋਇਆ ਕਿ 2 ਬੰਦੇ ਐਸੇ ਸਨ ਜਿਹੜੇ ਕਿ ਇਹਨਾਂ ਨੇ ਬਣਾਈ ਸੀ ਪੀਪਲਸ ਪਾਰਟੀ। ਉਹ ਕਿਹੜੀ ਇੱਕ ਬਣਾਈ ਸੀ ਪੀਪਲ ਪਾਰਟੀ 'ਚੋਂ ਤੋੜ ਕੇ ਨਾ, ਇੱਕ ਪੀਪਲ ਪਾਰਟੀ ਤੋਂ ਇਹਨਾਂ ਨੇ ਬੰਦੇ ਚਾਹੀਦੇ ਸਨ ਇਹਨਾਂ ਨੂੰ, ਤੇ ਉਹ ਪੀਪਲ ਪਾਰਟੀ ਪਤਾ ਨਹੀਂ ਕੀ ਨਾਂ ਸੀ ਉਹਦੇ ਵਿੱਚ ਬਣਾਏ। 2 ਬੰਦੇ ਐਸੇ ਸਨ, 2 ਸਿਆਸਤਦਾਨ ਐਸੇ ਸਨ ਜਿਹੜੇ ਅਹਿਮ ਤਰੀਨ ਪੋਰਟਫੋਲੀਓ ਉਹਨਾਂ ਨੂੰ ਮਿਲੇ ਸਨ 2002 ਦੇ ਇਲੈਕਸ਼ਨ ਤੋਂ ਬਾਅਦ। ਉਹ ਦੋਨਾਂ ਦੇ ਖਿਲਾਫ ਇਨਕੁਆਇਰੀਆਂ ਨੈਬ ਵਿੱਚ ਚੱਲਦੀਆਂ ਪਈਆਂ ਸਨ। ਉਹ ਨੈਬ ਵਿੱਚ ਇਨਕੁਆਇਰੀਆਂ ਚੱਲਦੀਆਂ ਪਈਆਂ, ਅਗਲੇ ਵਜ਼ੀਰ ਬਣੇ ਨੇ। ਐਰ ਤੋਂ ਹਟ ਕੇ ਆਪਣੇ ਆਸਿਫ ਅਲੀ ਜ਼ਰਦਾਰੀ ਸਾਹਿਬ, ਅੱਛਾ ਇਹ ਦੂਸਰੀ ਦਫਾ ਵਜ਼ੀਰ ਸਦਰ ਬਣੇ ਨਾ। ਜਦੋਂ ਪਹਿਲੀ ਦਫਾ ਬਣੇ ਸਨ ਨੈਬ ਦੇ ਵਿੱਚ ਇਨਕੁਆਇਰੀ ਚੱਲ ਰਹੀ ਸੀ, ਉਹ ਸਦਰ ਬਣ ਗਏ। ਨਵਾਜ਼ ਸ਼ਰੀਫ ਵਜ਼ੀਰ ਆਜ਼ਮ ਪਾਕਿਸਤਾਨ, ਨੈਬ ਦੇ ਵਿੱਚ ਇਨਕੁਆਇਰੀ ਚੱਲਦੀਆਂ ਪਈਆਂ ਸਨ, ਉਹ ਵਜ਼ੀਰ ਆਜ਼ਮ ਬਣ ਗਏ। ਸ਼ਹਿਬਾਜ਼ ਸ਼ਰੀਫ ਸਾਹਿਬ ਪਹਿਲੇ ਵਜ਼ੀਰ ਆਲਾ ਬਣੇ, ਫਿਰ ਬਾਈ ਵਜ਼ੀਰ ਆਜ਼ਮ ਬਣ ਗਏ। ਇਹਨਾਂ ਦੇ ਖਿਲਾਫ ਵੀ ਨੈਬ ਵਿੱਚ ਇਨਕੁਆਇਰੀਆਂ ਹੈਗੀਆਂ ਸਨ, ਕਲੋਜ਼ ਨਹੀਂ ਹੋਈਆਂ ਸਨ, ਹੈਗੀਆਂ ਸਨ। ਇਸ ਤਰ੍ਹਾਂ ਦੇ ਬੇਸ਼ੁਮਾਰ ਹੈਗੇ ਨੇ ਜਿਨ੍ਹਾਂ ਦਾ ਹੁੰਦਾ ਹੀ ਹੈਗਾ ਕਿ ਉਹਨਾਂ ਦੇ ਖਿਲਾਫ ਜਾਂ ਤਾਂ ਕੋਈ ਲਾਅ ਐਸਾ ਨਹੀਂ ਹੈਗਾ ਕਿ ਜਿਹੜਾ ਇਹਨਾਂ ਨੂੰ ਰੋਕ ਸਕੇ ਕਿ ਬਈ ਇਹ ਨੈਬ ਦੇ ਵਿੱਚ ਇਨਕੁਆਇਰੀ ਚੱਲ ਰਹੀ ਹੈ, ਇਹ ਇਲੈਕਸ਼ਨ ਨਹੀਂ ਲੜ ਸਕਦੇ। ਹੁਣ ਇਲੈਕਸ਼ਨ ਲੜ ਲਿਆ, ਲੋਕਾਂ ਨੇ ਬੋਦਰ ਨਹੀਂ ਕੀਤਾ, ਲੋਕਾਂ ਨੇ ਵੋਟ ਪਾਤਾ। ਜਦੋਂ ਵੋਟ ਪੈ ਗਿਆ ਤਾਂ ਤੁਸੀਂ ਜਸਟੀਫਾਈਡ ਹੋ, ਤਾਂ ਉੱਥੇ ਹੋ ਗਿਆ ਸਾਰਾ ਕੰਮ। ਖਾਨ ਸਾਹਿਬ ਇੱਕ ਸਵਾਲ ਮੇਰਾ ਇੱਥੇ ਹੋਰ ਹੈ, ਹੁਣ ਜੇ ਗੱਲ ਹੋ ਰਹੀ ਹੈ ਬਾਈਸਨਸ ਦੀ ਜਾਂ ਜਿਹਨੂੰ ਟਾਰਗੇਟ ਕਰਨਾ ਹੈ ਉਹਦੀ, ਪਲੀ ਬਾਰਗੇਨ volunteer return ਖਾਨ ਸਾਹਿਬ ਪਲੀ ਬਾਰਗੇਨ ਤੇ volunteer return ਦੇ ਵਿੱਚ ਸੁਣਿਆ ਕਿ ਮੁਲਜ਼ਮਾਨਾਂ ਕੋ ਪੈਸੇ ਲੈ ਕੇ ਨੈਬ ਨੇ ਮੁਲਜ਼ਮਾਨਾਂ ਨੂੰ ਫਾਰਗ ਕਰਤਾ। ਠੀਕ ਹੈ, ਉਹਨਾਂ ਕੋ ਪੈਸੇ ਲਏ ਤੇ ਉਹਨਾਂ ਦੇ ਉੱਤੇ ਜਿਹੜੇ ਵੀ ਕੇਸ ਸਨ ਉਹ ਬੰਦ ਹੋ ਗਏ। ਤੇ ਸੁਣਨ ਦੇ ਵਿੱਚ ਇਹ ਆਂਦਾ ਕਿ ਅਰਬਾਂ ਰੁਪਏ ਦਾ ਨੁਕਸਾਨ ਪਾਕਿਸਤਾਨ ਦੇ ਕੌਮੀ ਖਜ਼ਾਨੇ ਨੂੰ ਪਹੁੰਚਾਇਆ ਹੈ ਨੈਬ ਨੇ। ਖਾਨ ਸਾਹਿਬ ਇਹ ਪਲੀ ਬਾਰਗੇਨ ਤੇ ਵੋਲੰਟੀਅਰ ਰਿਟਰਨ, ਇਹਨਾਂ ਜ਼ਰਾ ਟਰਮਸ ਨੂੰ ਜ਼ਰਾ ਇਲੈਬੋਰੇਟ ਕਰੋ, ਇਹ ਕੀ ਰੌਲਾ ਯਾਰ? ਇਹਦੇ ਤੁਸੀਂ ਇਹ ਗੱਲ ਨੂੰ ਸਮਝੋ, ਜਦੋਂ ਤੁਸੀਂ ਨੈਬ ਦੇ ਡੇਟਾ ਰਿਕਾਰਡ, ਆਫੀਸ਼ੀਅਲ ਰਿਕਾਰਡ, ਉਹਨੂੰ ਜਦੋਂ ਤੁਸੀਂ ਉਹਨੂੰ ਐਕਸਪੋਜ਼ ਕਰੋ, ਉਹ ਹਜ਼ਾਰੋਂ ਸਫਾਤ 'ਤੇ ਮੁਸ਼ਤਮਿਲ ਹੁੰਦਾ। ਠੀਕ ਹੈ। ਤੇ ਮੈਂ 14 ਸਾਲ ਦੀ ਪਰਫਾਰਮੈਂਸ ਐਵੈਲੂਏਸ਼ਨ ਕੀਤੀ ਹੈ ਨੈਬ ਦੀ। ਹੁਣ ਹੁੰਦਾ ਇੱਕ ਹੁੰਦਾ ਐਲਿਜਡ ਅਮਾਊਂਟ। ਤੁਸੀਂ ਜਦੋਂ ਉਹਨੇ ਕਾਲਮ ਪੜ੍ਹਦੇ ਹੋ ਨਾ ਕਿ ਸੀਰੀਅਲ ਨੰਬਰ ਹੈਗਾ, ਉਹਦੇ ਬਾਅਦ ਮੁਲਜ਼ਮ ਦਾ ਨਾਂ ਹੈਗਾ, ਉਹਦੇ ਬਾਅਦ ਐਲੀਗੇਸ਼ਨ ਹੈਗਾ, ਉਹਦੇ ਬਾਅਦ ਜਿਹੜਾ ਕਾਲਮ ਆਉਂਦਾ ਨਾ ਉਹਨੂੰ ਕਹਿੰਦੇ ਨੇ ਐਲਿਜਡ ਅਮਾਊਂਟ ਜਾਂ ਲੂਟਿਡ ਮਨੀ। ਉਹਦੇ ਬਾਅਦ ਹੁੰਦਾ ਡਿਟਰਮਿਨਡ ਅਮਾਊਂਟ, ਉਹਦੇ ਬਾਅਦ ਹੁੰਦਾ ਐਗਰੀਡ ਅਮਾਊਂਟ, ਉਹਦੇ ਬਾਅਦ ਹੁੰਦਾ ਡਿਪੋਜ਼ਿਟਡ ਅਮਾਊਂਟ, ਰਿਕਵਰਡ ਅਮਾਊਂਟ, ਔਰ ਉਹਦੇ ਬਾਅਦ ਹੁੰਦਾ ਬੈਲੈਂਸ ਅਮਾਊਂਟ। ਠੀਕ ਹੈ, ਐਪਲੀ ਬਾਰਗੇਨ ਦੇ ਵਿੱਚ। ਠੀਕ ਹੈ। ਹੁਣ ਤੁਸੀਂ ਦੇਖ ਲਓ ਮੈਂ ਫ਼ਰਕ ਕੀ ਕੱਢਿਆ। ਪਹਿਲਾ ਫ਼ਰਕ ਮੈਂ ਕੱਢਿਆ ਕਿ ਐਲਿਜਡ ਅਮਾਊਂਟ ਦੇ ਵਿੱਚ ਕਿੰਨੇ ਪੈਸੇ ਲਿਖੇ ਨੇ ਜਿਹੜੇ ਲੁੱਟੇ ਗਏ ਨੇ। ਜਦੋਂ ਕੇਸ ਸ਼ੁਰੂ ਹੁੰਦਾ ਨਾ ਪੂਰੀ ਦੁਨੀਆ ਦੇ ਵਿੱਚ ਨਾ ਐਂਟੀ ਕਰਪਸ਼ਨ ਏਜੰਸੀਜ਼ ਲੂਟਿਡ ਮਨੀ ਮੁਹਤਾਤ ਕੰਜ਼ਰਵੇਟਿਵ ਐਸਟੀਮੇਟ ਦੇ ਮੁਤਾਬਕ ਇੱਕ ਦੱਸਦੀ ਏ ਇਹਦੇ 'ਚ 1 ਅਰਬ ਦਾ ਹੋਇਆ, 1 ਕਰੋੜ ਦਾ ਹੋਇਆ ਜਾਂ 1 ਲੱਖ ਦਾ ਹੋਇਆ। ਅੱਗੋਂ ਜਦੋਂ ਪਲੀ ਬਾਰਗੇਨ ਹੁੰਦੀ ਹੈ ਐਗਰੀਡ ਅਮਾਊਂਟ, ਉਹਦੇ ਨਾਲ ਦੋਨਾਂ ਦਾ ਤਕਾਬਲੀ ਮੁਆਜ਼ਨਾ ਕਰੋ ਕਿ ਲੂਟਿਡ ਅਮਾਊਂਟ ਇੰਨੀ ਜ਼ਿਆਦਾ ਹੈਗੀ ਹੈ, ਐਲਿਜਡ ਅਮਾਊਂਟ ਇੰਨੀ ਜ਼ਿਆਦਾ ਹੈਗੀ ਤੇ ਐਗਰੀਡ ਅਮਾਊਂਟ ਇੰਨੀ ਹੈਗੀ। ਉਹਦਾ ਜਦੋਂ ਮੈਂ ਕੰਪੈਰੀਜ਼ਨ ਕੀਤਾ ਤੇ ਉਹਦੇ 'ਚ ਹੈਗਾ ਸੀ ਕਿ ਇਹ ਪਲੀ ਬਾਰਗੇਨ ਦੇ ਕੇਸਿਸ ਵਿੱਚ ਜਿਹੜੀ ਐਲਿਜਡ ਅਮਾਊਂਟ ਹੈਗੀ ਸੀ
ਜਿਹੜੀ ਲੂਟਡ ਮਨੀ ਸੀ ਜਦੋਂ ਕੇਸ ਸ਼ੁਰੂ ਹੋਇਆ ਸੀ, ਇਨਕੁਆਇਰੀ ਸ਼ੁਰੂ ਹੋਈ ਸੀ, ਉਹ 40,000 ਮਿਲੀਅਨ ਹੈਗਾ ਸੀ। ਠੀਕ ਹੈ। ਤੇ ਐਗਰੀਡ ਅਮਾਊਂਟ ਜਿਹੜੇ ਤੇ ਪਲੀ ਬਾਰਗੇਨ ਹੋਈ ਉਹ 3,890 ਮਿਲੀਅਨ ਹੈਗਾ ਸੀ। ਓਏ ਹੋਏ 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 ਹੋਏ। ਡਿਫਰੈਂਸ ਜਿਹੜਾ ਹੈਗਾ ਸੀ ਉਹ 36,840 ਮਿਲੀਅਨ ਦਾ ਹੈਗਾ ਸੀ। ਇਹ ਮੈਂ ਕਿਹਦਾ ਗੱਲ ਕਰਨਾ ਪਿਆ, ਇਹ ਪਲੀ ਬਾਰਗੇਨ ਦਾ। ਅੱਗੇ ਚਲੀਏ ਵੋਲੰਟੀਅਰ ਰਿਟਰਨ। ਇਹ ਦੋ ਹੁੰਦੇ ਨੇ, ਪਲੀ ਬਾਰਗੇਨ ਐਂਡ ਵੋਲੰਟੀਅਰ ਰਿਟਰਨ। ਵੋਲੰਟੀਅਰ ਰਿਟਰਨ 2016 ਤੱਕ ਖਤਮ ਹੋ ਗਿਆ ਸੀ। ਠੀਕ ਹੈ। ਹੈਗਾ ਕੀ ਸੀ ਵੈਸੇ? ਉਹ ਵੀ ਇਸ ਤਰ੍ਹਾਂ ਦਾ ਹੈਗਾ ਸੀ ਕਿ ਤੁਸੀਂ ਹਿਸਾਬ ਕਿਤਾਬ ਲਾਓ ਮੁਲਜ਼ਮ ਦੇ ਨਾਲ। ਮੁਲਜ਼ਮ ਕਹਿੰਦਾ ਮੈਂ ਪੈਸੇ ਦੇਣਾ, ਨੈਬ ਕਹਿੰਦੀ ਇੰਨੇ ਪੈਸੇ ਬਣਦੇ ਨੇ। ਉਹ ਦੋਨਾਂ ਦੇ ਦਰਮਿਆਨ ਐਗਰੀਡ ਅਮਾਊਂਟ ਹੁੰਦੀ ਕਿ ਇਹ ਫੜੋ ਤੇ ਸਾਰੇ ਚਾਰजेस। ਬਾਰਗੇਨਿੰਗ ਇਹਦੇ ਚੋਂ ਹੁੰਦੀ ਹੋਏਗੀ ਕਿ ਫॉर ਐਗਜ਼ਾਮਪਲ 5 ਕਰੋੜ ਦੇਣਾ ਤੇ ਉਹ ਜੋ ਵੀ ਹੁੰਦੀ, ਜਦੋਂ ਰਿਕਾਰਡ ਦੇ ਉੱਤੇ ਗੱਲ ਆ ਜਾਵੇ ਨਾ ਤੇ ਉਹਨੂੰ ਐਗਰੀਡ ਅਮਾਊਂਟ ਕਹਿੰਦੇ ਨੇ। ਐਗਰੀਡ ਅਮਾਊਂਟ ਹੁੰਦੀ ਹੈ ਨੈਬ ਤੇ ਮੁਲਜ਼ਮ ਦੇ ਦਰਮਿਆਨ ਜਿਹੜਾ ਤੈਅ ਹੋ ਜਾਵੇ ਨਾ ਕਿ ਤੂੰ ਪੈਸੇ ਦੇਣੇ ਨੇ ਤੇ ਉਹਦੇ ਬਾਅਦ ਤੈਨੂੰ ਅਸੀਂ ਡਿਸਚਾਰਜ ਕਰ ਦਾਂਗੇ ਸਾਰੇ। ਠੀਕ ਹੈ। ਵੋਲੰਟੀਅਰ ਰਿਟਰਨ ਵੀ ਇਹਦੇ 'ਚ ਹੈਗਾ ਸੀ। ਉਹਦੇ 'ਚ ਐਲੈਜਡ ਅਮਾਊਂਟ ਜਿਹੜੀ ਸੀ ਨਾ, ਲੂਟਡ ਮਨੀ, ਉਹ ਨੈਬ ਨੇ ਜਿਹੜਾ ਦੱਸਿਆ ਆਪਣੇ ਡਾਕੂਮੈਂਟਸ ਵਿੱਚ, ਉਹ 46,695 ਮਿਲੀਅਨ ਸੀ। ਓਏ ਹੋਏ 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 ਹੋਏ। ਤੇ ਐਗਰੀਡ ਅਮਾਊਂਟ ਜਿਹੜੀ ਸੀ ਨਾ ਉਹ 6,337 ਮਿਲੀਅਨ ਹੈਗੀ ਸੀ। ਫਰਕ ਜਿਹੜਾ ਹੈਗਾ ਸੀ ਐਲੈਜਡ ਅਮਾਊਂਟ ਦਾ ਤੇ ਐਗਰੀਡ ਅਮਾਊਂਟ ਦਾ, ਉਹ ਫਰਕ ਹੈਗਾ ਸੀ 40,338 ਮਿਲੀਅਨ। ਮਤਲਬ ਸਮਝ ਨਹੀਂ ਆਉਂਦੀ ਕਿ ਯਾਰ ਤੁਸੀਂ ਇਹਦੇ ਕੌੜੀਆਂ ਦੇ ਭਾਅ ਵੇਚਦਾ ਯਾਰ। ਬਸ ਇਹ ਪੁਆਇੰਟ ਤੇ ਪੁੱਛਣਾ ਚਾਹੀਦਾ ਨੈਬ ਕੋਲ ਕਿ ਤੁਸੀਂ ਐਲੈਜਡ ਅਮਾਊਂਟ ਇੰਨੀ ਕਿਉਂ ਰੱਖਦੇ ਪਏ ਹੋ। ਜਦੋਂ ਕੋਈ ਕੇਸ ਬਣਦਾ ਹੈ, ਇਨਕੁਆਇਰੀ ਸ਼ੁਰੂ ਹੁੰਦੀ ਹੈ, ਉਹਦੇ 'ਚ ਹੁੰਦਾ ਹੈ ਕਿ ਇਹ ਇੱਕ ਮੁਹਤਾਤ ਅੰਦਾਜ਼ੇ ਦੇ ਮੁਤਾਬਕ, ਇੱਕ ਕੰਜ਼ਰਵੇਟਿਵ ਐਸਟੀਮੇਟ ਦੇ ਮੁਤਾਬਕ ਇੰਨੇ ਪੈਸੇ ਇਹਦੇ 'ਚ ਲੁੱਟੇ ਗਏ ਨੇ। ਤੁਹਾਡਾ ਹੈਗਾ ਕਿ ਤੁਸੀਂ ਕਹਿੰਦੇ ਲੁੱਟੇ ਗਏ ਨੇ 1 ਅਰਬ ਰੁਪਇਆ। ਐਲੈਜਡ ਅਮਾਊਂਟ ਹੈਗੀ ਹੈ 1 ਅਰਬ ਰੁਪਇਆ, ਲੂਟਡ ਮਨੀ ਗਈ 1 ਅਰਬ ਰੁਪਇਆ। ਜਦੋਂ ਐਗਰੀਡ ਅਮਾਊਂਟ ਹੀ ਤੁਸੀਂ ਪਲੀ ਬਾਰਗਨ ਜਾਂ ਵੋਲੰਟੀਅਰ ਰਿਟਰਨ ਕਰ ਦਿਓ 1 ਕਰੋੜ ਹੀ ਕਰ ਦਿੰਦੇ ਹੋ। ਇਹ ਬਾਕੀ 99 ਕਰੋੜ ਕਿੱਥੇ ਗਏ? ਤੁਹਾਡੀ ਅਸੈਸਮੈਂਟ ਗਲਤ ਸੀ, ਤੁਹਾਡੀ ਨਾਲਾਇਕੀ ਹੈਗੀ ਹੈ, ਤੁਹਾਡੀ ਨਾਹਲੀ ਹੈਗੀ ਹੈ। ਬਈ ਇਹ ਤਾਂ ਸਮਝ ਆਉਂਦੀ ਕਿ ਜੀ 5 ਕਰੋੜ ਹੈਗਾ ਸੀ, 1 ਕਰੋੜ ਤੇ ਐਗਰੀ ਹੋ ਗਿਆ। ਹਾਂ ਸਾਹਿਬ, ਇੱਥੇ ਇੱਕ ਮੇਰਾ ਸਵਾਲ ਹੈ। ਇੱਥੇ ਇਹ ਪ੍ਰੋਬੇਬਿਲਿਟੀ ਬਣਦੀ ਕਿ ਐਗਰੀਡ ਅਮਾਊਂਟ ਘੱਟ ਤੈਅ ਕਰਕੇ ਬਾਅਦ ਚੋਂ ਅਫਸਰਾਨ ਨੇ ਆਪਣੀਆਂ ਜੇਬਾਂ ਗਰਮ। ਯਾਰ ਉਹਦੇ ਬਾਰੇ ਡਾਕੂਮੈਂਟਰੀ ਐਵੀਡੈਂਸ ਨਹੀਂ ਹੈਗਾ ਮੇਰੇ ਕੋਲ। ਮੈਂ ਨੈਬ ਨਹੀਂ ਹੈਗਾ ਜਿਹੜਾ ਮੈਂ ਗੱਲ ਕਰਕੇ ਬਾਈ ਕਹਾਂ ਮੇਰੇ ਕੋਲ ਐਵੀਡੈਂਸ ਨਹੀਂ ਹੈਗਾ। ਲੇਕਿਨ ਇਹ ਦੋ ਚੀਜ਼ਾਂ ਦੇ ਉੱਤੇ ਸਵਾਲ ਕੀ ਬਣਦਾ, ਇਹਨਾਂ ਨੂੰ ਸਵਾਲ ਹੁੰਦਾ ਕਿ ਭਾਈ ਸਾਹਿਬ ਦੱਸੋ, ਇਹ ਵੀ ਐਲੈਜਡ ਅਮਾਊਂਟ ਵੀ ਤੁਸੀਂ ਡਿਟਰਮਨ ਕੀਤੀ ਸੀ, ਲੂਟਡ ਮਨੀ ਜਿੰਨੇ ਪੈਸੇ ਲੁੱਟੇ ਗਏ ਸਨ, ਤੁਹਾਡਾ ਅੰਦਾਜ਼ਾ ਹੈਗਾ ਸੀ ਕਿ ਇੰਨੇ ਪੈਸੇ ਲੁੱਟੇ ਗਏ ਨੇ। ਇਹ ਵੀ ਤੁਹਾਡੀ ਐਸਟੀਮੇਟਸ ਹੈਗੇ ਨੇ ਜਿਹੜਾ ਰਿਕਾਰਡ ਦੇ ਉੱਤੇ ਹੈਗਾ। ਐਗਰੀਡ ਅਮਾਊਂਟ ਜਿਹਦੇ ਤੁਸੀਂ ਪਲੀ ਬਾਰਗੇਨ ਔਰ ਵੋਲੰਟੀਅਰ ਰਿਟਰਨ ਕਰਦੇ ਪਏ ਹੋ, ਇਹ ਵੀ ਤਾਂ ਤੁਹਾਡਾ ਹੈਗਾ। ਇਹਦੀ ਜੇ ਦਾ ਫਰਕ ਕਿਉਂ ਆ ਰਿਹਾ ਦੱਸੋ ਸਾਹਿਬ। ਇੱਥੇ ਹੁਣ ਸਵਾਲ ਹੈ ਬੰਦਾ ਕਿ ਕਿਆ ਇਹ ਅਕਾਊਂਟਸ ਤੇ ਇਨਫੋਰਮੇਸ਼ਨ ਤੁਹਾਡੇ ਕੋਲ ਹੈ? ਕਿਆ ਨੈਬ ਨੂੰ ਨਹੀਂ ਪਤਾ ਕਿ ਸਾਡੀ ਅਮਾਊਂਟਸ ਕੀ ਹੈਗੀਆਂ ਨੇ, ਡਿਟਰਮੀਨੇਸ਼ਨ ਦੇ ਵਿੱਚ ਗਲਤੀ ਆ ਰਹੀ? ਕੋਈ ਮੇਰੇ ਖਿਆਲ ਹੈ ਕਿਤਾਬ ਤੋਂ ਬਾਅਦ ਉਹ ਜਿਹੜਾ ਸਟਾਫ ਹੋਏਗਾ ਨਾ ਨੈਬ ਦਾ, ਜਿਹੜਾ ਇਹੋ ਜਿਹਾ ਰਿਕਾਰਡ ਤਿਆਰ ਕਰਦਾ ਇਹੋ ਜਿਹੇ ਕਾਲਮ ਤਿਆਰ ਕਰਦਾ ਹੈ, ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਅਸਤੀਫਾ ਨਹੀਂ, ਇਹ ਮੈਂ ਕਿਹਾ ਨੈਬ ਉਹਨੂੰ ਫੜ ਲੈਗੀ ਕਿ ਕੀ ਕੀਤਾ ਸਾਨੂੰ, ਤੁਸੀਂ ਐਕਸਪੋਜ਼ ਕਰਕੇ ਰੱਖ ਦਿੱਤਾ ਕਿ ਇੱਕ ਬੰਦਾ ਗਿਆ, ਉਹਨੇ 1.5-2 ਸਾਲ ਲਾਏ ਨੇ ਤੇ ਉਹ ਇਹੋ ਜਿਹੀ ਚੀਜ਼ਾਂ ਦੇ ਨਾਲ ਬਾਹਰ ਆ ਗਿਆ। ਇਹਦੇ ਵਿੱਚ ਇੱਕ ਹੋਰ ਜਿਹੜੀ ਚੀਜ਼ ਹੈਗੀ ਹੈ ਜਿਹੜੇ ਲੋਕਾਂ ਦੇ ਇੰਟਰਸਟ ਵਿੱਚ ਬਹੁਤ ਜ਼ਿਆਦਾ ਹੋ ਜਾਂਦੀ, ਇਹ ਵੀ ਇੰਟਰਸਟ ਦੀ ਚੀਜ਼ ਹੈ, ਇਹਦੇ ਬਾਅਦ ਦੀ ਵੀ ਇੰਟਰਸਟ ਚੀਜ਼ ਹੈ। ਚਲੋ ਐਲੈਜਡ ਅਮਾਊਂਟ, ਲੂਟਡ ਮਨੀ ਤੇ ਐਗਰੀਡ ਅਮਾਊਂਟ ਦਾ ਫਰਕ ਬਹੁਤ ਜ਼ਿਆਦਾ ਹੈ, ਹੱਦ ਤੋਂ ਜ਼ਿਆਦਾ ਹੈ, ਚਲੋ ਵੀ ਮੰਨ ਲੈਂਦੇ। ਅੱਗੇ ਜਿਹੜੀ ਐਗਰੀਡ ਅਮਾਊਂਟ ਤੈਅ ਹੋਈ ਹੈ ਉਹ ਤੇ ਮੁਲਜ਼ਮ ਨੂੰ ਦੇਣੀ ਚਾਹੀਦੀ ਕਿ ਨਹੀਂ ਦੇਣੀ? ਖਾਨ ਸਾਹਿਬ ਐ ਨਾ ਕਹਿਣਾ, ਉਹ ਵੀ ਨਹੀਂ ਦਿੱਤੀਆਂ ਬਹੁਤ ਸਾਰੀਆਂ। ਸੁਣਦੇ ਜਾਓ, ਇਹ ਹੈਗਾ ਕਿ ਪਲੀ ਬਾਰਗੇਨ, ਇਹਦੇ 'ਚ ਜਿਹੜੀ ਐਗਰੀਡ ਅਮਾਊਂਟ ਸੀ ਉਹ 18,765 ਮਿਲੀਅਨ ਹੈਗੀ ਸੀ। ਠੀਕ ਹੈ। ਬੈਲੈਂਸ ਅਮਾਊਂਟ ਸਟੈਂਡ ਕਰਦੀ ਪਈ ਹੈ ਉਹ 11,201 ਮਿਲੀਅਨ। ਖਾਨ ਸਾਹਿਬ 201 ਮਿਲੀਅਨ 201 ਮਿਲੀਅਨ ਆਇਆ ਨਹੀਂ ਹਲੇ ਤੱਕ ਕ੍ਰੈਡਿਟ। ਬੈਲੈਂਸ ਅਮਾਊਂਟ ਜਿਹੜਾ ਨੈਬ ਦਾ ਰਿਕਾਰਡ ਦੱਸਦਾ ਪਿਆ। ਉਹਦੇ ਬਾਅਦ ਵੋਲੰਟੀਅਰ ਰਿਟਰਨ ਵਿੱਚ ਐਗਰੀਡ ਅਮਾਊਂਟ ਜਿਹੜੀ ਸੀ ਉਹ 7,694 ਮਿਲੀਅਨ ਹੈਗੀ ਸੀ। ਬੈਲੈਂਸ ਅਮਾਊਂਟ
ਉਹ 4639 ਮਿਲੀਅਨ ਸਟੈਂਡ ਕਰਦੀ ਪਈ। ਇਹ ਤੁਸੀਂ ਦੇਖੋ ਕਿ ਇਹ ਐਲੈਜਡ ਅਮਾਊਂਟ ਤੇ ਐਗਰੀਡ ਅਮਾਊਂਟ, ਜ਼ਮੀਨ ਆਸਮਾਨ ਦਾ ਫਰਕ। ਅੱਗੇ ਐਗਰੀਡ ਅਮਾਊਂਟ ਚਲੋ ਮੰਨ ਗਏ ਤੁਸੀਂ, ਯਾਰ ਐਗਰੀ ਕਰ ਲਿਆ, ਤੁਹਾਡੀ ਐਲੈਜਡ ਅਮਾਊਂਟ ਔਰ ਲੂਟਿਡ ਅਮਾਊਂਟ ਜਿਹੜੀ ਡਿਟਰਮਨ ਤੁਸੀਂ ਕੀਤੀ ਸੀ ਉਹਦੇ ਤੁਹਾਡੇ ਕੋਲ ਗਲਤੀਆਂ ਹੋ ਗਈਆਂ, ਜਿਹੜੀ ਮਾफ़ ਕਰਨ ਵਾਲੀ ਦੀ ਨਹੀਂ ਗਿਆ, ਲੇਕਿਨ ਚਲੋ ਮਾफ़ ਕਰਤਾ। ਉਹਦੇ ਬਾਅਦ ਜਿਹੜੀ ਐਗਰੀਡ ਅਮਾਊਂਟ ਹੈ ਉਹ ਤੇ ਪੂਰੀ ਵਸੂਲ ਕਰੋ ਯਾਰ। ਹਾਂ ਸਰ, ਫਿਰ ਆਪਾਂ ਕਹਿੰਦੇ ਸਾਡਾ ਕਰਜ਼ਾ ਨਹੀਂ ਲੱਥਦਾ, ਕੌਮੀ ਖਜ਼ਾਨੇ 'ਚ ਪੈਸਾ ਨਹੀਂ ਹੈਗਾ। ਤੁਸੀਂ ਦੇਖੋ ਇਹ ਉਹ ਸੂਰਤ ਹੀ ਮੁਮਕਿਨ ਹੁੰਦਾ ਹੈ ਜਦੋਂ ਤੁਸੀਂ ਬਰੀਕੀਆਂ ਹੀ ਜਾਂਦੇ ਹੋ। ਬਰੀਕੀਆਂ ਹੀ ਜਾਣ ਦਾ ਬੜੀ ਮਿਹਨਤ ਕਰਨੀ ਪੈਂਦੀ। ਇੱਕ ਇੱਕ ਰਿਕਾਰਡ ਇਹਨਾਂ ਦਾ ਆਫੀਸ਼ੀਅਲ ਰਿਕਾਰਡ, ਨੈਬ ਦਾ ਆਪਣਾ ਆਫੀਸ਼ੀਅਲ ਰਿਕਾਰਡ, ਨੈਬ ਦਾ ਆਪਣਾ ਆਫੀਸ਼ੀਅਲ ਡੇਟਾ, ਨੈਬ ਦੇ ਆਪਣੇ ਆਫੀਸ਼ੀਅਲ ਕੋਰਸਪੋਂਡੈਂਸ, ਜਿਹੜੀ ਇੰਟਰਨਲ ਕੋਰਸਪੋਂਡੈਂਸ। ਜਦੋਂ ਤੁਸੀਂ ਉਹਨੂੰ ਬਾਰੀਕੀਆਂ ਹੀ ਜਾ ਕੇ ਐਕਸਪਲੋਰ ਕਰੋਗੇ ਫਿਰ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਲੱਗਣਾ ਸ਼ੁਰੂ ਹੋਏਗਾ, ਅਦਰਵਾਈਜ਼ ਤਾਂ ਨਹੀਂ ਪਤਾ ਚੱਲ ਸਕਦਾ। ਖਾਨ ਸਾਹਿਬ, ਪਲੀ ਬਾਰਗੇਨ ਤੇ ਵੋਲੰਟੀਅਰ ਰਿਟਰਨ ਦੇ ਵਿੱਚ ਗਵਰਨਮੈਂਟ ਸਰਵੈਂਟਸ, ਬਿਊਰੋਕਰੇਟਸ ਹੋਣਗੇ, ਬਹੁਤ ਸਾਰੇ ਲੋਕੀ ਹੋਣਗੇ। ਪਹਿਲਾਂ ਤਾਂ ਇਹ ਦੱਸੋ ਕਿ ਕਿਹੜਾ ਕਿਹੜਾ ਬੰਦਾ, ਕਿਹੜੇ ਕਿਹੜੇ ਪੇਸ਼ੇ ਤੋਂ ਇਹਦੇ ਵਿੱਚ ਇਨਵੋਲਵ ਸੀ? ਇਹ ਯਾਰ ਇਹ ਮੈਂ ਫੇਰ ਕਦੀ ਦੱਸਾਂਗਾ, ਲੇਕਿਨ ਤੁਹਾਨੂੰ ਮੈਂ ਇਹ ਦੱਸਣਾ ਪਿਆ ਕਿ ਗਵਰਨਮੈਂਟ ਸਰਵੈਂਟਸ ਉਹਦੇ 'ਚ ਬਿਊਰੋਕਰੇਟਸ ਵੀ ਆਉਂਦੇ ਨੇ, ਸਰਕਾਰੀ ਮੁਲਾਜ਼ਮ ਵੀ ਆਉਂਦੇ ਨੇ, ਸਮਝੋ ਪਟਵਾਰੀ ਵੀ ਆਉਂਦੇ ਨੇ। ਅੱਛਾ, ਗੱਲ ਹੋ ਗਈ ਕਿ ਉਹ ਤੋਂ ਲੈ ਕੇ ਥੱਲੇ ਤੱਕ। ਠੀਕ ਹੈ। ਅੱਛਾ, ਉਹ ਪਟਵਾਰੀ ਨਹੀਂ ਜਿਹੜੇ ਅੱਜ ਕੱਲ੍ਹ ਉਹ PTI ਵਾਲੇ ਕਹਿੰਦੇ ਨੇ ਆਪਣੇ ਮੁਖਾਲਫਾਂ ਨੂੰ ਨੂਨ ਲੀਗ ਦੇ ਪਟਵਾਰੀ। ਮੈਂ ਉਹ ਪਟਵਾਰੀ ਜਿਹੜਾ ਬਾਕੀ ਪਟਵਾਰੀ ਹੁੰਦਾ ਉਹਦੀ ਗੱਲ ਕਰਨਾ ਪਿਆ। ਠੀਕ ਹੈ। ਇਹਨਾਂ 'ਚ 5000 ਹੈਗੇ ਸਨ ਹਾਂ ਗਵਰਨਮੈਂਟ ਸਰਵੈਂਟ, 2000 ਤੋਂ ਲੈ ਕੇ 2020 ਤੱਕ। ਉਹਨਾਂ ਦੀ ਐਗਰੀਡ ਅਮਾਊਂਟ ਜਿੱਤੇ ਪਲੀ ਬਾਰਗੇਨ ਹੋਈ, ਪਲੀ ਬਾਰਗੇਨ ਹੋਈ 6293 ਮਿਲੀਅਨ। ਬੈਲੈਂਸ ਅਮਾਊਂਟ 1546 ਮਿਲੀਅਨ ਬੈਲੈਂਸ ਅਮਾਊਂਟ ਸਟੈਂਡ ਕਰਦੀ ਰਹੀ। ਸੁਭਾਨ ਅੱਲਾ। ਇਹ ਹੈਗਾ ਗਵਰਨਮੈਂਟ ਸਰਵੈਂਟਸ ਜਿਹਨਾਂ ਦੇ ਖਿਲਾਫ ਇਨਕੁਆਇਰੀ ਸ਼ੁਰੂ ਹੁੰਦੀ ਹੈ ਜਾਂ ਫੜੇ ਜਾਂਦੇ ਨੇ, ਉਹਨਾਂ ਨੂੰ ਵੀ ਆਪਸ਼ਨ ਦਿੱਤੀ ਜਾਂਦੀ ਪਲੀ ਬਾਰਗੇਨ ਜਾਂ ਵੋਲੰਟੀਅਰ ਰਿਟਰਨ ਕਰ ਲਓ। ਪਲੀ ਬਾਰਗੇਨ ਮੇਰੇ ਕੋਲ ਤਾਂ ਪ੍ਰੀ ਬਾਰਗੇਨ ਦਾ ਹੈਗਾ, ਵੋਲੰਟੀਅਰ ਰਿਟਰਨ ਦਾ ਮੇਰੇ ਕੋਲ ਨਹੀਂ ਹੈਗਾ। ਅਤੇ ਪਲੀ ਬਾਰਗੇਨ ਵਿੱਚ ਜਿਵੇਂ ਬਾਕੀ ਵੱਡੇ ਵੱਡੇ ਇੰਡਸਟਰੀਲਿਸਟ, ਵੱਡੇ ਵੱਡੇ ਸਿਆਸਤਦਾਨ, ਮਤਲਬ ਵੱਡੇ ਹੀ ਸੀ। ਛੋਟਾ ਅਗਰ ਆਏਗਾ, ਅਗਰ ਪਟਵਾਰੀ ਆਏਗਾ ਤੇ ਪਟਵਾਰੀ ਨੂੰ ਤੁਸੀਂ ਉਹਦੇ ਵਿੱਚ ਛੋਟਾ ਕਹਿ ਸਕਦੇ ਹੋ, ਲੇਕਿਨ ਪਟਵਾਰੀ ਜਿਹੜਾ ਹੁੰਦਾ ਨਾ ਉਹ ਤੇਰੇ ਵੀ ਅਥਰੂ ਕਢਾ ਸਕਦਾ ਤੇ ਮੇਰੇ ਵੀ ਅਥਰੂ ਕਢਾ ਸਕਦਾ। ਪਟਵਾਰੀ ਉਹ ਚੀਜ਼ ਹੁੰਦਾ। ਅਗਰ ਤੁਹਾਡੀ ਸਾਡੀ ਜਾਇਦਾਦਾਂ ਰੁੱਲ ਗਈਆਂ ਬੜਿਆਂ ਬੰਦਿਆਂ ਦੀ, ਠੀਕ ਹੈ, ਪਾਵਰ ਹੁੰਦੀ ਨਾ, ਅਖਤਿਆਰ ਹੁੰਦੀ ਨਾ, ਤੇ ਉਸ ਲੈਵਲ ਤੋਂ ਲੈ ਕੇ ਉਸ ਲੈਵਲ ਤੱਕ। ਮੈਂ ਇਸ ਵਾਸਤੇ ਦੱਸਿਆ ਕਿ ਉਹਦੇ 'ਚ ਗ੍ਰੇਡ 20 ਦਾ 21 22 ਦਾ ਵੀ ਬੰਦਾ ਸੀ ਤੇ ਉਹਦੇ 'ਚ ਪਟਵਾਰੀ ਵੀ ਗਾ ਸੀ। ਹੁਣ ਤੁਸੀਂ ਦੇਖ ਲਓ, ਹੁਣ ਜਦੋਂ ਨੈਬ ਦਾ ਇਨਕੁਆਇਰੀ ਹੁੰਦੀ ਹੈ ਤੇ ਕੁਛ ਨਾ ਕੁਛ ਤਾਂ ਹੋਇਆ ਹੈਗਾ। ਚਲੋ ਨੈਬ ਤਾਂ ਨਲਾਇਕ ਹੈਗੀ ਹੈ, ਲੇਕਿਨ ਕੁਛ ਨਾ ਕੁਛ ਤਾਂ ਹੋਏਗਾ ਨਾ। ਨੈਬ ਇੰਨੀ ਨਲਾਇਕ ਨਹੀਂ ਹੈਗੀ ਕਿ ਇਹ 5000 ਬੰਦਾ, ਇਹ 5000 ਗਵਰਨਮੈਂਟ ਸਰਵੈਂਟ 6293 ਮਿਲੀਅਨ ਰੁਪੀਸ ਐਗਰੀ ਕਰ ਜਾਵੇ ਤੇ ਬੈਲੈਂਸ ਅਮਾਊਂਟ ਭਾਵੇਂ 1546 ਮਿਲੀਅਨ ਹੈਗੀ ਹੈ। ਇਹਨਾਂ ਨੇ ਐਵੇਂ ਪੈਸੇ ਦੇ ਦਿੱਤੇ ਐਗਰੀ ਕਰ ਗਏ। ਕੁਛ ਨਾ ਕੁਛ ਤਾਂ ਹੋਏਗਾ ਨਾ। ਜਿਹੜਾ ਉਹਨੇ ਕਿਹਾ ਭਾਈ ਜਾਨ ਛੱਡੋ, ਅਸੀਂ ਕੀਤਾ। ਉਹ ਪਲੀ ਬਾਰਗੇਨ ਤੇ ਵੋਲੰਟੀਅਰ ਰਿਟਰਨ 'ਚ ਹੁੰਦਾ ਕਿ ਤੁਸੀਂ ਆਪਣਾ ਜਿਹੜਾ ਤੁਸੀਂ ਆਪਣੀ ਜੁਰਮ ਹੁੰਦਾ ਹੈ ਉਹਨੂੰ ਤੁਸੀਂ ਮੰਨ ਲੈਂਦੇ ਹੋ। ਠੀਕ ਹੈ। ਪਲੀ ਬਾਰਗੇਨ ਐਂਡ ਵੋਲੰਟੀਅਰ ਰਿਟਰਨ ਤੁਹਾਨੂੰ ਖਾਰਜ ਕਰਤਾ ਜਾਂਦਾ। ਤੁਹਾਡੇ ਖਿਲਾਫ ਮੁਕੱਦਮਾਤ, ਸਾਰੇ ਮੁਕੱਦਮਾਤ ਨਹੀਂ, ਇਨਕੁਆਇਰੀਜ਼, ਇਨਵੈਸਟੀਗੇਸ਼ਨ ਸਾਰੀ ਖਾਰਜ ਹੋ ਜਾਂਦੀਆਂ। ਲੇਕਿਨ ਇਹ ਹੁੰਦੀ ਹੈ ਕਿ ਤੁਸੀਂ ਇੱਕ ਚੀਜ਼ ਮੰਨ ਲਈ ਹੈ ਕਿ ਹਾਂ ਜੀ ਅਸੀਂ ਕੁਛ ਕੀਤਾ ਸੀ। ਕੀ ਕੀਤਾ ਸੀ, ਕਿਉਂ ਕੀਤਾ ਸੀ, ਇਹ ਸਵਾਲ ਨੇ। ਖਾਨ ਸਾਹਿਬ, ਪ੍ਰੋਗਰਾਮ ਦਾ ਵਕਤ ਇਖਤਤਾਮ ਤੇ ਪਹੁੰਚਿਆ ਤੇ ਇਸ ਟੌਪਿਕ ਦੀ ਮੈਂ ਜਾਨ ਨਹੀਂ ਹਲੇ ਛੱਡਣ ਲੱਗਾ। ਹਲੇ ਕਿਤਾਬ 'ਚ ਹੋਰ ਬਹੁਤ ਕੁਝ ਹੈਗਾ, ਹੋਰ ਮਜ਼ੀਦ ਪ੍ਰੋਗਰਾਮ ਆਉਣਗੇ ਇਸ ਟੌਪਿਕ 'ਤੇ। ਮੈਂ ਤੁਹਾਨੂੰ ਕਿਹਾ ਸੀਗਾ ਨਾ, ਅਬਦੁਲ ਸੱਤਾਰ ਖਾਨ ਨਾਂ ਸਿਰਫ ਸਹਾਫੀ ਦਾ ਨਹੀਂ, ਅਬਦੁਲ ਸੱਤਾਰ ਖਾਨ ਨਾਂ ਵਾਕਈ ਇੱਕ ਜਹਾਨ ਦਾ ਹੈ। ਖਾਨ ਸਾਹਿਬ ਨੇ ਵਾਕਈ ਜਹਾਨ ਬਣ ਕੇ ਤੇ ਸ਼ੈਵਾਂ ਇਹਦੇ 'ਚ ਕਿਤਾਬ ਦੇ ਵਿੱਚ ਪਾਤੀਆਂ। ਅਤੇ ਇਹਦੇ ਵਿੱਚ ਟਾਈਮ ਦੀ ਕਿੱਲਤ ਦੀ ਵਜ੍ਹਾ ਤੋਂ ਸਿਆਸਤਦਾਨਾਂ ਦੇ ਚੰਦ ਦੇ ਨਾਂ ਤੁਹਾਨੂੰ ਨਹੀਂ ਦੱਸੇ। ਤੁਸੀਂ ਕਿਤਾਬ ਪੜ੍ਹਨਾ, ਮੈਂ ਕਿਤਾਬ ਪੜ੍ਹ ਰਿਹਾ ਸੀ ਨਾਲ ਨਾਲ। ਮੈਂ 2-4 ਨਾਂ ਇਹੋ ਜਿਹੇ ਉਹਦੇ ਵਿੱਚ ਸ਼ਾਮਿਲ ਸਨ ਜਿਹੜੇ ਮੈਂ ਫੜ ਕੇ ਨਾ ਇੱਦਾਂ ਦਾ ਸਰ ਫੜ ਲਿਆ। ਮੈਂ ਕਿਹਾ ਯਾਰ ਇਹ ਕੀ ਹੈ, ਇਹ ਪੜ੍ਹਨਾ ਕਿਤਾਬ ਲਾਜ਼ਮੀ। ਕਿਤਾਬ ਦਾ ਨਾਂ ਹੈ ਦ ਡਾਰਕ ਟਾਵਰ ਆਫ ਅਕਾਊਂਟੇਬਿਲਿਟੀ ਬਾਏ ਅਬਦੁਲ ਸੱਤਾਰ ਖਾਨ।
ਇਖਤਤਾਮ ਤੇ ਆਇਆ ਪ੍ਰੋਗਰਾਮ ਦਾ ਵਕਤ। ਜਾਂਦੇ ਜਾਂਦੇ ਇੱਕ ਕਹਾਣੀ ਤੁਹਾਡੇ ਪੇਸ਼ੇ ਖਿਦਮਤ ਨੈਬ ਨੂੰ ਮੁਖਾਤਬ ਕਰਕੇ। ਬਚਪਨ ਦੇ ਵਿੱਚ ਨਾ ਕੀ ਹੋਇਆ ਕਿ ਮੈਂ ਨਾ ਮਾਚਿਸ ਬੰਮਾਂ ਦਾ ਮੈਨੂੰ ਸ਼ੌਕ ਸੀ। ਮੈਂ ਮਾਚਿਸ ਬੰਬ ਖਰੀਦ ਕੇ ਲਿਆਤੇ। ਅੱਛਾ, ਉਹ ਮੈਂ ਸਾਹਮਣੇ ਆਣੇ ਦੇ ਘਰ ਦੇ ਬੂਹੇ ਸਾਹਮਣੇ ਪਾੜਨਾ ਸਾਂ ਬੜੇ। ਉਹਨਾਂ ਦੇ ਵੱਡੇ ਮੁੰਡੇ ਨੇ ਕਿੱਥੇ ਮੈਨੂੰ ਫੜ ਲਿਆ, ਚੰਡਾ ਚੁੰਡਾ ਮੈਨੂੰ ਲਾਈਆਂ। ਬਾਅਦ 'ਚੋਂ ਮੈਨੂੰ ਆਂਦਾ ਕੀ ਪਾੜਦਾ ਤੂੰ? ਮੈਂ ਕਿਹਾ ਮਾਚਿਸ ਬੰਬ। ਉਹਨੇ ਮੇਰੇ ਕੋਲ ਮਾਚਿਸ ਬੰਬ ਲੈ ਲਏ। ਉਸਾ ਜੀ ਮਾਚਿਸ ਬੰਬ ਲੈਣ ਤੋਂ ਬਾਅਦ ਨਾ ਉਹਦੀ ਤੇ ਮੇਰੀ ਇਸ ਗੱਲ 'ਤੇ ਮੁੱਕੀ ਕਿ ਮੇਰੇ ਕੋਲ 4 ਹੋਰ ਡੱਬੀਆਂ ਪਈਆਂ ਸਨ। ਜੇ ਮੈਂ ਉਹਨੂੰ 4 ਡੱਬੀਆਂ ਦੇ ਦਾਂਗਾ ਨਾ ਤੇ ਉਹ ਮੇਰੀ ਮਾਂ ਨੂੰ ਨਹੀਂ ਦੱਸੇਗਾ ਘਰ ਆ ਕੇ। ਮੈਂ 2 ਡੱਬੀਆਂ ਉਹਨੂੰ ਦਿੱਤੀਆਂ, 2 ਮੈਂ ਫੇਰ ਲੁਕਾ ਲਈਆਂ। ਉਹ 2 ਡੱਬੀਆਂ ਦਾ ਬੈਲੈਂਸ ਹੁਣ ਵੀ ਉਹਦੇ ਵੱਲ ਹੈਗਾ ਮੇਰਾ। ਮੈਂ ਹੁਣ ਇੰਨਾ ਵੱਡਾ ਹੋ ਗਿਆ, ਮੈਂ 2 ਡੱਬੀਆਂ ਅੱਜ ਵੀ ਮਾਚਿਸ ਬੰਮਾਂ ਦੀਆਂ ਉਹਨੂੰ ਦੇਣੀਆਂ ਨੇ, ਠੀਕ ਹੈ। ਅਤੇ ਕੇਸ ਕੂਸ ਉੱਥੋਂ ਮੇਰਾ ਖਾਰਿਜ ਹੋ ਗਿਆ ਕਿਉਂਕਿ ਉਹ ਘਰ ਛੱਡ ਕੇ ਉੱਥੇ ਤੁਰ ਗਏ ਸਨ ਅਤੇ ਮੇਰੀ ਮਾਂ ਨੂੰ ਪਤਾ ਨਹੀਂ ਲੱਗਿਆ। ਨੈਬ ਦੇ ਹਾਲਾਤ ਇੱਦਾਂ ਦੇ ਹੋਏ ਨੇ। ਕੇਸ ਕੂਸ ਖਾਰਿਜ ਹੋ ਗਏ ਆਵਾਮ ਦੇ, ਲੇਕਿਨ ਬੈਲੈਂਸ ਦੇ ਵਿੱਚ ਇੰਨੇ ਮਿਲੀਅਨਸ ਹੁਣ ਵੀ ਪਏ ਨੇ। ਮੈਂ ਤਾਂ ਹੈਰਾਨ ਹਾਂ ਯਾਰ। ਮਤਲਬ ਤਾਂ ਨੈਬ ਆਪਣੀ ਮੁਕੰਮਲ ਰਿਕਵਰੀ ਕਰ ਲਏ ਅਤੇ ਮੇਰਾ ਖਿਆਲ ਹੈ ਕਾਫੀ ਕੁਝ ਬਿਹਤਰ ਹੋ ਸਕਦਾ ਮੁਆਸ਼ਰੇ ਦਾ ਅਤੇ ਕੌਮ ਦਾ। ਪ੍ਰੋਗਰਾਮ ਦਾ ਵਕਤ ਪਹੁੰਚੇ ਆਪਣੇ ਖਿਤਾਮ ਦੇ। ਢੇਰ ਸਾਰੀ ਦੁਆਵਾਂ ਨਾਲ अपना बहुत सारा ख्याल रखियो। ते अपने मेज़बान मोहम्मद अरहम नहीं ते अब्दुल सत्तार खान साहब ने दियो इजाज़त। वेखदे रहो प्रोग्राम इनसाइडर मैन। अल्लाह।